दास गुण गावों। श्री आर जन विघ्नन के नाशक, विघ्नन के नाशक। श्री हर गोबिंद शोभ सुमत प्रकाशक। श्री हर राय नमो कर जोरी, नमो कर जोरी। श्री हर कृष्ण मनाए बहोरी। गुर तेग बहादुर परम किरपाला, वाहिगुरु परम किरपाला। श्री गुरु गोबिंद सिंह विसाला। धरों तरा पर पुन पुन सीसा, वाहिगुरु पुन पुन सीसा। बंदों बार बार जगदीशा। जिसमें अमृत ज्ञान है माणक भगत वैराग। श्री गुरु ग्रंथ साहिब उदद बंदों कर अनुराग। श्री गुर शब्द कमाए पुन, जीते पंच विकार। तिन संतन को बंदना, सिर चरणन पर तार। एक अंकारा सतगुरु, ते प्रसाद सत होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। सतनाम श्री वाहिगुरु साहिब जी दोहरा। महादुष्ट मत पात की, सुनत भयो दुख पाए। बूझत कहो प्रसंग सब, किम देखियो तुम जाए। महादुष्ट मत पात की। वाहिगुरु जी का खालसा, वाहिगुरु जी की फतेह। चवर छतर तख्त दे मालक, ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਗੋਦ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਪਾਵਨ ਗੁਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਸਤਿਕਾਰਯੋਗ ਸਾਧ ਸੰਗਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਜਿੱਥੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸੱਚਖੰਡ ਦਰਬਾਰ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ। ਅੰਮ੍ਰਿਤ ਸਰੋਵਰ ਦੇ ਇਸ਼ਨਾਨ, ਅੰਮ੍ਰਿਤ ਗੁਰਬਾਣੀ ਦਾ ਕੀਰਤਨ ਬੜੇ ਪਿਆਰ ਦੇ ਨਾਲ ਆਪ ਜੀ ਨੇ ਰਾਗੀ ਸਿੰਘਾਂ ਪਾਸੋਂ ਸਰਵਣ ਕੀਤਾ ਹੈ। ਦਿਨ ਦੇ ਚੌਥੇ ਪਹਿਰ ਦੇ ਇਹ ਦੀਵਾਨ ਬੜੇ ਪਿਆਰ ਦੇ ਨਾਲ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਹੁਣ ਸਮਾਂ ਹੈ ਸੰਗਤ ਜੀ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਨ ਦਾ, ਜਿੱਥੇ ਰੋਜ਼ਾਨਾ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਜੀਵਨ ਇਤਿਹਾਸ ਵਿੱਚੋਂ ਆਪ ਜੀ ਕਥਾ ਸਰਵਣ ਕਰਦੇ ਹੋ। ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਸੰਗਤ ਜੀ ਅੱਜ ਦਾ ਪਾਵਨ ਦਿਹਾੜਾ, ਜਿਸ ਨੂੰ ਧੰਨ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪਾਵਨ ਗੁਰਤਾ ਗੱਦੀ ਦਿਵਸ ਦੇ ਰੂਪ ਵਿੱਚ ਸਮੁੱਚਾ ਸੰਸਾਰ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾ ਰਿਹਾ ਹੈ।
ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪਾਵਨ ਗੁਰਤਾ ਗੱਦੀ ਪੁਰਬ ਦੀ ਸਭ ਤੋਂ ਪਹਿਲਾਂ ਆਪ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਮਹਾਨ ਸਤਿਗੁਰੂ ਪਾਤਸ਼ਾਹ ਜੀ ਦਾ ਜਦੋਂ ਵੀ ਅਸੀਂ ਜਸ ਗਾਉਂਦੇ ਹਾਂ, ਮੰਗਲਾਚਰਨ ਦੇ ਰੂਪ ਦੇ ਵਿੱਚ ਜਦੋਂ ਹੁਕਮਨਾਮਾ ਲੈਣ ਲੱਗਿਆ ਇਹ ਸ਼ਬਦ ਪੜ੍ਹਦੇ ਹਾਂ, ਸੋ ਕਹੋ ਟਲ ਗੁਰ ਸੇਵੀਐ ਇਹ ਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ। ਇਹ ਭੱਟ ਸਾਹਿਬਾਨ ਨੇ ਗੁਰੂ ਅੰਗਦ ਸਾਹਿਬ ਜੀ ਦੀ ਉਸਤਤ ਦੇ ਵਿੱਚ ਸਵਈਆ ਉਚਾਰਨ ਕੀਤਾ ਹੋਇਆ। ਇਸੇ ਤਰੀਕੇ ਨਾਲ ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਇਹ ਭਾਈ ਸੱਤਾ ਤੇ ਭਾਈ ਬਲਵੰਡ ਜੀ, ਜਿਨ੍ਹਾਂ ਦੀ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਜਦੋਂ ਉਸ ਵਾਰ ਨੂੰ ਪੜ੍ਹਦੇ ਹਾਂ ਉੱਚ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਦੀ ਦਰ ਘਰ ਦੀ ਸਿਫਤ ਉਹਨਾਂ ਨੇ ਇਹਨਾਂ ਬਚਨਾਂ ਦੇ ਰਾਹੀਂ ਕੀਤੀ ਕਿ ਸਤਿਗੁਰਾਂ ਦੇ ਦਰਸ਼ਨ ਕੀਤਿਆਂ ਜਿੱਥੇ ਜਨਮ ਮਰਨ ਦੇ ਦੁੱਖ ਕੱਟੇ ਜਾਂਦੇ ਹੈ, ਜਿੱਥੇ ਗੁਰੂ ਕੇ ਦਰਬਾਰ ਦੇ ਵਿੱਚ ਹੋਵੇ ਸਿਫਤ ਖਸਮ ਦੀ, ਨਿਰੰਕਾਰ ਪਰਮੇਸ਼ਰ ਦੀਆਂ ਵਡਿਆਈਆਂ ਹੁੰਦੀਆਂ ਨੇ, ਉਹਦੀਆਂ ਸਿਫਤਾਂ ਹੁੰਦੀਆਂ ਨੇ। ਨੂਰ ਅਰਸੋਂ ਕੁਰਸੋਂ ਝੱਟੀਏ ਅਸਮਾਨੀ ਦੇਸ਼ ਤੋਂ, ਭਾਵ ਆਕਾਸ਼ ਤੋਂ, ਕੁਰਸ਼ੋਂ ਸੂਰਜ ਚੰਦਰਮਾ ਦੀ ਟਿੱਕੀ ਤੋਂ, ਭਾਵ ਨੂਰਾਨੀ ਦੇਸ਼ਾਂ ਤੋਂ ਰੱਬ ਦੀ ਦਰਗਾਹ ਦੇ ਵਿੱਚੋਂ ਨਿਤ ਅੰਮ੍ਰਿਤ ਝਰ ਰਿਹਾ ਹੈ, ਵਰਸ ਰਿਹਾ ਹੈ। ਤੇ ਜਿਹੜਾ ਗੁਰੂ ਕੇ ਕੁਦਰਤੀ ਰੂਪ ਦੇ ਨੂਰਾਨੀ ਰੂਪ ਦੇ ਦੀਦਾਰ ਕਰਦਾ ਹੈ ਨਾ, ਉਹਦੀ ਜਨਮਾਂ ਜਨਮਾਂ ਦੀ ਮੈਲ ਵੀ ਲੱਥਦੀ ਆ ਤੇ ਦੁੱਖ ਵੀ ਉਹਦੇ ਦੂਰ ਹੋ ਜਾਂਦੇ। ਐਸੇ ਮਹਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ, ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਸਨ 1504 ਦੇ ਵਿੱਚ ਮੱਤੇ ਦੀ ਸਰਾਂ, ਜਿਹੜੀ ਸਰਾਏ ਨਾਂਗਾ ਕਰਕੇ ਬਾਅਦ ਵਿੱਚ ਇਤਿਹਾਸ ਵਿੱਚ ਪ੍ਰਗਟ ਹੋਈ ਹੈ, ਉਸ ਧਰਤੀ ਦੇ ਉੱਪਰ ਬਾਬਾ ਫੇਰੂਮਲ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ, ਜਿਨ੍ਹਾਂ ਦੇ ਇਤਿਹਾਸਕਾਰਾਂ ਵਿੱਚੋਂ ਨਾਂ ਸਭਰਾਈ ਜੀ ਕਰਕੇ ਵੀ ਕਈਆਂ ਨੇ ਲਿਖਿਆ, ਕਿਉਂਕਿ ਮਾਵਾਂ ਦੇ ਨਾਂ ਕੁਝ ਪੇਕੇ ਪਰਿਵਾਰ ਹੋਰ ਤੇ ਸਹੁਰੇ ਘਰ ਹੋਰ ਹੋਣ ਕਰਕੇ ਕੁਝ ਨਾਵਾਂ ਦਾ ਫਰਕ ਪੈ ਜਾਂਦਾ। ਇਸ ਤਰ੍ਹਾਂ ਕਿਸੇ ਰਾਮੋ ਜੀ, ਕਿਸੇ ਸਭਰਾਈ ਤੇ ਮਾਤਾ ਦਇਆ ਕੌਰ ਕਰਕੇ ਮਾਤਾ ਦਾ ਨਾਮ ਇਤਿਹਾਸ ਦੇ ਵਿੱਚ ਲਿਖਿਆ ਮਿਲਦਾ ਹੈ। ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਬਚਪਨ ਵਿੱਚ ਮਾਂ ਪਿਓ ਨੇ ਨਾਂ ਰੱਖਿਆ ਸੀ ਲਹਿਣਾ, ਜਿੱਥੇ ਇਹ ਪਰਿਵਾਰ ਇਸ ਮੱਤੇ ਦੀ ਸਰਾਂ, ਜਿਹਨੂੰ ਸਰਾਏ ਨਾਗਾ ਕਰਕੇ ਜਾਣਦੇ, ਇਸ ਧਰਤੀ ਤੇ ਵਾਸ ਕਰਦਾ ਹੈ। ਬਾਬਾ ਫੇਰੂਮਲ ਜੀ ਚੌਧਰੀ ਤਖਤਮਲ ਦੇ ਕੋਲ ਮੁਨਸ਼ੀ ਦਾ ਕੰਮ ਕਰਦੇ ਆ, ਪਰ ਸਮੇਂ ਦਾ ਫੇਰ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਇਹ ਪਰਿਵਾਰ ਖਡੂਰ ਸਾਹਿਬ ਦੇ ਨੇੜੇ ਸੰਗਰ ਦੇ ਇਲਾਕੇ ਵਿੱਚ ਆ ਕਰਕੇ ਵਸ ਜਾਂਦਾ, ਜਿੱਥੋਂ ਦੇ ਰਹਿਣ ਵਾਲੇ ਦੇਵੀ ਚੰਦ ਮਰਵਾਹੇ ਦੀ ਸਪੁੱਤਰੀ ਮਾਤਾ ਖੀਵੀ ਜੀ ਦੇ ਨਾਲ ਭਾਈ ਲਹਿਣਾ ਜੀ ਦਾ ਸ਼ੁਭ ਵਿਆਹ ਹੋਇਆ ਸੀਗਾ। ਸ਼ਬਦ ਮੈਂ ਆਨੰਦ ਕਾਰਜ ਤਾਂ ਵਰਤੇ ਨਹੀਂ ਕਿਉਂਕਿ ਇਹ ਸਤਿਗੁਰੂ ਪਾਤਸ਼ਾਹ ਦੇ ਦਰ ਘਰ ਦੀ ਮਰਿਆਦਾ ਅਨੁਸਾਰ ਆਨੰਦ ਦੇ ਕਾਰਜ ਹੋਣੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤਾਂ ਕਰਕੇ ਇਹ ਮਰਿਆਦਾ ਬੰਨੀ। ਖੈਰ, ਇਸ ਧਰਤੀ ਤੇ ਰਹਿ ਕਰਕੇ ਜਿੱਥੇ ਪਰਿਵਾਰ ਦੇ ਵਿੱਚ ਵਾਧਾ ਹੋਇਆ, ਉੱਥੇ ਦੋ ਪੁੱਤਰ ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਦੋ ਪੁੱਤਰੀਆਂ ਬੀਬੀ ਅਮਰੋ ਜੀ, ਬੀਬੀ ਅਨੋਖੀ ਜੀ ਦਾ ਵੀ ਜਨਮ ਹੁੰਦਾ ਹੈ। ਸਮੇਂ ਦੇ ਗੇੜ ਦੇ ਨਾਲ ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਜਾਂਦੇ ਆ, ਜਿਹੜੇ ਦੇਵੀ ਭਗਤਾਂ ਦੀ ਨਾਲ ਸਾਥ ਲੈ ਕੇ ਜਥੇਦਾਰ ਦੇ ਰੂਪ ਦੇ ਵਿੱਚ ਯਾਤਰਾ ਕਰਿਆ ਕਰਦੇ ਸਨ। ਪਿਤਾ ਜੀ ਦੇ ਚਲਾਣੇ ਤੋਂ ਬਾਅਦ ਵਿੱਚ ਜਿੱਥੇ ਦੁਕਾਨ ਦੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਦੇ ਕੋਲ ਆਈ, ਉੱਥੇ ਨਾਲ ਹੀ ਨਾਲ ਦੇਵੀ ਭਗਤਾਂ ਦੇ ਸਾਥ ਦੀ ਵੀ ਜ਼ਿੰਮੇਵਾਰੀ ਇਹਨਾਂ ਕੋਲ ਆ ਗਈ। ਪਰ ਮਨ ਦੇ ਵਿੱਚ ਜਿੱਥੇ ਇਹ ਧਰਮ ਦੇ ਨਾਂ ਤੇ ਕਰਮ ਤੇ ਬਹੁਤ ਕਰਦੇ ਹੈ, ਪਰ ਮਨ ਇੱਕ ਖਾਲੀ ਖਾਲੀ ਜਿਹਾ ਪੱਖ ਮਹਿਸੂਸ ਕਰਦਾ ਹੈ, ਮਨ ਬੜਾ ਅਸ਼ਾਂਤ ਰਹਿੰਦਾ। ਇਸੇ ਧਰਤੀ ਖਡੂਰ ਸਾਹਿਬ ਦੇ ਨੇੜੇ ਰਹਿਣ ਵਾਲਾ ਇੱਕ ਸ਼ੀਹਾਂ ਪਾਂਡੀ, ਜਿਹਦਾ ਸਿਦਕ ਤੇ ਭਰੋਸਾ ਵੇਖਿਆ ਕਿ ਮਿਹਨਤ ਦੀ ਕਮਾਈ ਕਰਦਾ ਹੈ, ਤੇ ਜਦੋਂ ਇਹਨਾਂ ਦੀ ਦੁਕਾਨ ਤੋਂ ਕੁਝ ਲੈਣ ਵਾਸਤੇ ਹੱਟੀ ਤੇ ਆਉਂਦਾ ਹੈ, ਤੇ ਜੇ ਕਿਤੇ ਉਹਦੀ ਗਰੀਬੀ ਵੇਖ ਕੇ ਕੁਝ ਉਹਦੀ ਝੋਲੀ ਵਿੱਚ ਕੁਝ ਉਹਦੀ ਜਿੰਨਾ ਕੁ ਉਹਦੀ ਇਵਜਾਨਾ ਧਨ ਹੁੰਦਾ ਹੈ, ਉਹਦੇ ਨਾਲੋਂ ਵੱਧ ਦੇਣ ਦਾ ਯਤਨ ਕਰਦੇ ਹੈ, ਤੇ ਅੱਗੋਂ ਇਹ ਕਹਿ ਦਿੰਦਾ ਮੇਰੇ ਬਾਬੇ ਨੇ ਪਰਾਇਆ ਹੱਕ ਖਾਣ ਤੋਂ ਮਨਾ ਕੀਤਾ, ਆਪਣੀ ਮਿਹਨਤ ਦੀ ਕਮਾਈ ਤੇ ਭਰੋਸਾ ਰੱਖਣ ਵਾਸਤੇ ਕਿਹਾ। ਉਹਦਾ ਸਬਰ, ਉਹਦਾ ਸਿਦਕ ਵੇਖ ਵੇਖ ਕੇ ਬੜੇ ਹੈਰਾਨ ਕਿ ਜੇ ਸਿੱਖ ਏਡਾ ਮਹਾਨ, ਗੁਰੂ ਕਿੱਡਾ ਮਹਾਨ ਹੋਏਗਾ। ਅੱਜ ਇਹ ਵਿਚਾਰਾਂ ਹੀ ਮਨਾਂ ਵਿੱਚ ਚੱਲਦੀਆਂ ਸਨ ਕਿ ਇੱਕ ਦਿਨ ਅੰਮ੍ਰਿਤ ਵੇਲੇ ਦੇ ਸਮੇਂ ਕੰਨਾਂ ਦੇ ਵਿੱਚ ਅੰਮ੍ਰਿਤ ਬਚਨ ਜਿਹੜੇ ਸੀ ਝੜਦੇ ਪਏ ਸਨ, ਤੇ ਇਹ ਆਵਾਜ਼ ਕੰਨਾਂ ਵਿੱਚ ਪਈ ਜਿਹੜਾ ਆਸਾ ਕੀ ਵਾਰ ਦੇ ਰੂਪ ਵਿੱਚ ਰਾਗੀ ਸਿੰਘ ਗੁਰੂ ਘਰ ਦੇ ਵਿੱਚ ਕੀਰਤਨ ਕਰਦੇ ਹੈ, ਤੇ 21ਵੀਂ ਪੌੜੀ ਦੇ ਰੂਪ ਵਿੱਚ ਜਿਹੜਾ ਪਾਠ ਕੀਤਾ ਜਾਂਦਾ ਹੈ, ਇਹ ਕੰਨਾਂ 'ਚ ਆਵਾਜ਼ ਪਈ, ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ,
ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉ ਘਾਲੀਐ, ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਉਹ ਗੁਰੂ ਕਾ ਇੱਕ ਸਿੱਖ ਭਾਈ ਜੋਧ ਸੀ, ਜਿਹਨੂੰ ਜਾ ਕਰਕੇ ਮਿਲਦੇ ਐ ਤੇ ਮਿਲ ਕਰਕੇ ਪੁੱਛਦੇ ਨੇ ਜਿਹੜੇ ਬਚਨ ਜਿਹਦੇ ਬਾਰੇ ਦੱਸ ਰਿਹਾ ਸਿਮਰਿਆ ਸੁੱਖ ਮਿਲਦਾ ਹੈ, ਉਹ ਲਾਹੇ ਵਾਲਾ ਦਾਤਾ ਮੈਨੂੰ ਮੇਲ ਕਰਾ ਦੇ, ਦੱਸ ਪਈ ਉਹ ਕਰਤਾਰਪੁਰ ਦੀ ਧਰਤੀ ਮਿਲੇਗਾ। ਉਹ ਕਿੱਥੇ ਹੈ? ਰਾਵੀ ਦੇ ਕਿਨਾਰੇ ਤੇ ਬਾਬੇ ਨਾਨਕ ਨੇ ਨਵਾਂ ਨਗਰ ਕਰਤਾਰ ਦੇ ਨਾਂ ਤੇ ਵਸਾਇਆ ਹੈ। ਹੁਣ ਮਨ ਵਿੱਚ ਖਿੱਚ ਤੇ ਤਾਂਘ ਹੈ, ਪਰ ਇੱਧਰ ਦੇਵੀ ਭਗਤਾਂ ਦੇ ਸਾਥ ਨੂੰ ਲੈ ਕਰਕੇ ਚੱਲੇ। ਲਾਗੇ ਪਤਾ ਲੱਗਾ ਜਿੱਥੇ ਵਿਸ਼ਰਾਮ ਕੀਤਾ ਉਹਦੇ ਨੇੜੇ ਹੀ ਕਰਤਾਰਪੁਰ ਨਗਰ ਹੈ। ਸਾਥੀਆਂ ਨੂੰ ਕਹਿ ਕੇ ਕਰਤਾਰਪੁਰ ਦੀ ਧਰਮਸ਼ਾਲਾ ਵਾਲੇ ਪਾਸੇ ਘੋੜੀ ਤੇ ਸਵਾਰ ਹੋ ਕੇ ਚੱਲੇ। ਇਤਿਹਾਸਕਾਰ ਕਹਿੰਦੇ ਰਸਤੇ ਦੇ ਵਿੱਚ ਇੱਕ ਬਜ਼ੁਰਗ ਮਿਲਿਆ, ਖੇਤਾਂ 'ਚ ਕੰਮ ਕਰਦਾ। ਉਹਨੂੰ ਪੁੱਛਦੇ ਨੇ ਬਾਬੇ ਨਾਨਕ ਦੀ ਧਰਮਸ਼ਾਲਾ ਜਾਣਾ। ਉਹਨੇ ਇੱਕੋ ਗੱਲ ਕਹੀ, ਖਾਲੀ ਰਸਤਾ ਹੀ ਪੁੱਛਣ ਆਇਆ ਏ ਕਿ ਜਾਣਾ ਵੀ ਚਾਹੁੰਦਾ ਹੈ, ਕਿਉਂਕਿ ਪੁੱਛਣ ਵਾਲੇ ਬੜੇ ਨੇ, ਜਾਂਦੇ ਘੱਟ ਹੁੰਦੇ ਐ। ਕਈ ਲੋਕ ਰਸਤਾ ਪੁੱਛ ਕੇ ਹੀ ਸਾਰ ਲੈਂਦੇ ਨੇ। ਕਹਿੰਦੇ ਮੈਂ ਕੇਵਲ ਪੁੱਛਣ ਨਹੀਂ ਆਇਆ, ਜਾਣਾ ਵੀ ਚਾਹੁੰਦਾ ਹੈ। ਤੇ ਅੱਗੋਂ ਉਸ ਬਾਬੇ ਨੇ ਕਿਹਾ ਜੇ ਜਾਣਾ ਚਾਹੁੰਦਾ ਹੈ ਤੇ ਕਿਤੇ ਭਟਕ ਨਾ ਜਾਈ, ਘੋੜੀ ਦੀਆਂ ਵਾਗਾਂ ਮੈਨੂੰ ਪਕੜਾ ਦੇ, ਮੈਂ ਤੈਨੂੰ ਧਰਮਸ਼ਾਲਾ ਤੱਕ ਪਹੁੰਚਾ ਦੇਣਾ। ਗੱਲਾਂ ਬਾਤਾਂ ਰੱਬ ਦੇ ਘਰ ਦੀਆਂ ਕਰਦਿਆਂ ਮਨ ਵਿੱਚ ਸੋਚਦੇ ਨੇ ਭਾਈ ਲਹਿਣਾ ਜੀ ਗੁਰੂ ਨਾਨਕ ਦੇ ਘਰ ਦਾ ਰਾਹ ਦੱਸਣ ਵਾਲਾ ਜੇ ਇੰਨੇ ਪਿਆਰੇ ਬਚਨ ਕਰ ਰਿਹਾ ਹੈ ਤੇ ਉਹ ਗੁਰੂ ਨਾਨਕ ਸਾਹਿਬ ਦਾ ਰੂਪ ਵੇਖ ਕੇ ਕਿੰਨਾ ਕੁ ਨਿਹਾਲ ਅਵਸਥਾ ਮਿਲੇਗੀ। ਜਦੋਂ ਧਰਮਸ਼ਾਲਾ ਪਹੁੰਚੇ ਤੇ ਜਾ ਕੇ ਉਸ ਬਜ਼ੁਰਗ ਬਾਬੇ ਨੇ ਕਿਹਾ ਘੋੜੀ ਬਾਹਰ ਇਸ ਥਾਂ ਤੇ ਕਿੱਲੇ ਨਾਲ ਬੰਨ੍ਹ ਕੇ ਅੰਦਰ ਧਰਮਸ਼ਾਲਾ ਚਲੇ ਜਾ। ਜਦੋਂ ਧਰਮਸ਼ਾਲਾ ਵਿੱਚ ਅੰਦਰ ਗਏ, ਸਾਹਮਣੇ ਜਿੱਥੇ ਗੁਰੂ ਨਾਨਕ ਸਾਹਿਬ ਬੈਠ ਕੇ ਉਪਦੇਸ਼ ਦਿਆ ਕਰਦੇ ਸਨ, ਉਸ ਮੰਜੀ ਦੇ ਉੱਪਰ ਬੈਠਿਆਂ ਸਤਿਗੁਰਾਂ ਨੂੰ ਜਦੋਂ ਦੀਦਾਰ ਕੀਤੇ ਹੈ, ਵੇਖ ਕੇ ਹੈਰਾਨੀ ਦੀ ਹੱਦ ਰਹਿ ਗਈ। ਸਿਰ ਤੋਂ ਲੈ ਕੇ ਪੈਰ ਤੱਕ ਸਾਰਾ ਸਰੀਰ ਕੰਬ ਗਿਆ ਕਿ ਜਿਸ ਬਾਬੇ ਕੋਲੋਂ ਦਾਤਾਂ ਲੈਣ ਵਾਸਤੇ ਆਇਆ ਉਹ ਪੈਦਲ ਘੋੜੀ ਦੇ ਅੱਗੇ ਅੱਗੇ ਤੁਰ ਕੇ ਤੇ ਮੈਂ ਘੋੜੀ ਤੇ ਚੜ੍ਹ ਕੇ ਆਇਆ। ਮਨ ਬੜਾ ਵੈਰਾਗ ਵਿੱਚ ਆਇਆ। ਗੁਰੂ ਨਾਨਕ ਦੇ ਚਰਨਾਂ ਦੇ ਉੱਪਰ ਜਿਉਂ ਸੀਸ ਝੁਕਾਇਆ, ਨੇਤਰਾਂ ਦੇ ਵੈਰਾਗ ਜਲ ਨੇ ਚਰਨਾਂ ਨੂੰ ਜਿਹੜਾ ਸੀ ਧੋ ਛੱਡਿਆ। ਗੁਰੂ ਨਾਨਕ ਸਾਹਿਬ ਪਕੜ ਕੇ ਬਾਹੋਂ ਤਾਂ ਉਠਾਉਂਦੇ ਨੇ, ਪੁਰਖਾ ਇੰਨਾ ਵੈਰਾਗ। ਕਹਿੰਦਾ ਪਾਤਸ਼ਾਹ ਬੜੀ ਵੱਡੀ ਭੁੱਲ ਹੋ ਗਈ, ਤੂੰ ਤੁਰ ਕੇ ਆਇਆ ਏ, ਮੈਂ ਘੋੜੀ ਤੇ ਚੜ੍ਹ ਕੇ ਆਇਆ। ਤੇ ਸਤਿਗੁਰੂ ਪਾਤਸ਼ਾਹ ਬਾਰੇ ਇਤਿਹਾਸਕਾਰ ਕਹਿੰਦੇ ਬੜੇ ਪਿਆਰ ਨਾਲ ਮੁਸਕਰਾਏ। ਹੱਥ ਜਦੋਂ ਗੁਰੂ ਨਾਨਕ ਸਾਹਿਬ ਨੇ ਮੋਢੇ ਤੇ ਰੱਖੇ ਤੇ ਪੁੱਛਦੇ ਨੇ, ਪੁਰਖਾ ਗੱਲਾਂ ਬਾਤਾਂ ਬੜੀਆਂ ਕੀਤੀਆਂ, ਤੇਰਾ ਨਾਂ ਹੀ ਨਹੀਂ ਪੁੱਛਿਆ ਮੈਂ, ਨਾਂ ਕੀ ਹੈ? ਤੇ ਕੰਬਦੀ ਜੀ ਆਵਾਜ਼ ਵਿੱਚ ਕਹਿੰਦੇ ਮਾਂ ਬਾਪ ਨੇ ਨਾਂ ਰੱਖਿਆ ਲਹਿਣਾ। ਜਦੋਂ ਇੰਨਾ ਸ਼ਬਦ ਸੁਣਿਆ, ਇਤਿਹਾਸਕਾਰ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਹੱਥ ਤੇ ਤਾੜੀ ਮਾਰੀ ਤੇ ਹੱਸ ਕੇ ਕਹਿਣ ਲੱਗੇ ਤੂੰ ਲੈਣਾ ਤੇ ਅਸੀਂ ਦੇਣਾ, ਲੈਣਦਾਰ ਸਦਾ ਘੋੜੀਆਂ ਤੇ ਹੀ ਚੜ੍ਹ ਕੇ ਆਉਂਦੇ ਨੇ। ਹੈਰਾਨ ਹੋ ਗਏ ਗੁਰੂ ਨਾਨਕ ਸਾਹਿਬ ਦਾ ਪਿਆਰ ਸਰੂਪ ਵੇਖ ਕੇ। ਜਦੋਂ ਅਸੀਸਾਂ ਬਖਸ਼ੀਆਂ, ਸਭ ਕੁਝ ਭੁੱਲ ਕੇ ਗੁਰੂ ਨਾਨਕ ਦੇ ਪਿਆਰ ਵਿੱਚ ਗੁਰੂ ਨਾਨਕ ਦੇ ਹੋ ਗਏ। ਨਾਲ ਦੇ ਸਾਥੀ ਲੈਣ ਵਾਸਤੇ ਆਏ, ਕਹਿਣ ਲੱਗੇ ਚੱਲਣਾ ਨਹੀਂ ਦੇਵੀ ਦੇ ਦਰਸ਼ਨ ਕਰਨ ਵਾਸਤੇ? ਕਹਿੰਦੇ ਤੁਸੀਂ ਦੇਵੀ ਦੇ ਦਰਸ਼ਨ ਕਰਨ ਵਾਸਤੇ ਚੱਲੇ ਹੋ, ਉੱਥੋਂ ਫਲ ਦੀ ਆਸ ਲੈਣ ਵਾਸਤੇ ਜਾਂਦੇ ਹੋ, ਪਰ ਜਿਹੜੇ ਦਰ ਤੇ ਮੈਂ ਆਇਆ ਮੈਨੂੰ ਤੇ ਇੱਥੋਂ ਸਮਝ ਆਈ ਹੈ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜਿੱਥੇ ਮਨੁੱਖ ਤੋਂ ਦੇਵਤੇ ਬਣਿਆ ਜਾਂਦਾ ਹੈ, ਹੁਣ ਮੈਂ ਕਿਸੇ ਦੇਵੀ ਦੇਵਤੇ ਦੇ ਦਰਸ਼ਨ ਕਰਨੀ ਜਾਣਾ, ਜਿਹੜਾ ਮਨੁੱਖ ਤੋਂ ਦੇਵਤੇ ਬਣਾਉਣ ਵਾਲਾ ਸਤਿਗੁਰੂ, ਇਹਦਾ ਦਰ ਛੱਡ ਕੇ ਕਿਤੇ ਹੋਰ ਨਹੀਂ ਜਾਵਾਂਗਾ। ਇੱਥੇ ਆ ਕੇ ਸਮਝ ਆਈ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਤੇ ਉੱਤਰ ਮਿਲਿਆ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਬਸ ਕੀ ਸੀ, ਗੁਰੂ ਨਾਨਕ ਦੇ ਹੁਕਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਜੇ ਅੱਧੀ ਰਾਤ ਕੱਪੜੇ ਧੋਣ ਨੂੰ ਕਹਿਣਾ, ਪੁੱਤਰਾਂ ਨੇ ਮਹਾਨਾ ਮਾਰਨਾ, ਪਿਤਾ ਜਾਣ ਕਰਕੇ ਉਹ ਕਈ ਵਾਰ ਟਾਲ ਜਾਂਦੇ ਤੇ ਉਸੇ ਅੱਧੀ ਰਾਤ ਕੱਪੜੇ ਧੋਣ ਲੱਗ ਪੈਣਾ। ਜੇ ਅੱਧੀ ਰਾਤ ਮੀਂਹ ਪੈਂਦਾ ਹੈ, ਸਰਦ ਦੀ ਰੁੱਤ ਹੈ, ਤੇ ਉਸ ਵਕਤ ਸਰਦੀ ਦੀ ਰੁੱਤ ਵਿੱਚ ਪੁੱਤਰਾਂ ਨੇ ਆਨਾਕਾਨੀ ਕਰਨੀ, ਬਾਕੀਆਂ ਨੇ ਬਹਾਨੇ ਬਣਾਉਣੇ, ਇਹ ਵੀ ਕੋਈ ਸਮਾਂ ਹੈ ਰਾਤ ਦਿਨੇ ਮੀਂਹ ਹਟ ਜਾਏਗਾ ਫੇਰ ਕੰਧ ਉਸਾਰ ਲਾਂਗੇ, ਪਰ ਕੇਵਲ ਇਸ਼ਾਰਾ ਮਾਤਰ ਸੁਣਦਿਆਂ ਸਾਰ ਕੰਧ ਉਸਾਰਨ ਵਾਸਤੇ ਚਲੇ ਜਾਣਾ। ਜੇ ਦਰਖਤ ਤੋਂ ਮਿਠਾਈਆਂ ਡਿੱਗਣ ਵਾਸਤੇ ਕਿਹਾ ਕਿ ਇਹਨੂੰ ਹਿਲਾਓ, ਤੇ ਕਈਆਂ ਕਹਿਣਾ ਇਹ ਦਰਖਤ ਤੋਂ ਵੀ ਮਿਠਾਈਆਂ ਡਿੱਗਣਗੀਆਂ। ਜਦੋਂ ਭਾਈ ਲਹਿਣਾ ਜੀ ਵੱਲ ਇਸ਼ਾਰਾ ਕੀਤਾ ਜਾਂਦਾ, ਦਰਖਤ ਤੇ ਚੜ੍ਹਨ ਲੱਗੇ, ਕਿਸੇ ਸਵਾਲ ਕੀਤਾ ਤੈਨੂੰ ਨਹੀਂ ਪਤਾ ਇਹ ਕਿੱਕਰ ਦੇ ਦਰਖਤ ਤੋਂ ਵੀ ਮਿਠਾਈਆਂ ਡਿੱਗੀਆਂ? ਕਹਿੰਦੇ ਮੈਨੂੰ ਨਹੀਂ ਪਤਾ ਮਿਠਾਈਆਂ ਡਿੱਗਣੀਆਂ ਕਿ ਨਹੀਂ ਡਿੱਗਣੀਆਂ, ਇਹ ਮੇਰਾ ਬਾਬਾ ਜਾਣੇ, ਮੈਨੂੰ ਤੇ ਹੁਕਮ ਕੀਤਾ ਹੈ ਬਾਬੇ ਨਾਨਕ ਨੇ, ਗੁਰੂ ਨਾਨਕ ਨੇ, ਇਸ ਦਰਖਤ ਤੇ ਚੜ੍ਹ ਤੇ ਇਹਨੂੰ ਹਿਲਾ, ਬਾਕੀ ਇਹ ਮੌਜ ਗੁਰੂ ਨਾਨਕ ਦੀ ਹੈ। ਜੇ ਮਰੀ ਚੂਹੀ ਚੁੱਕਣ ਵਾਸਤੇ ਕਿਹਾ, ਕੇਵਲ ਇਸ਼ਾਰੇ ਮਾਤਰ ਨਾਲ ਚੁੱਕ ਕੇ ਪਾਸੇ ਕਰਤੀ। ਕਟੋਰੇ ਦੇ ਵਿੱਚ ਭਾਵ ਜੇ ਕਿਤੇ ਗੰਦੇ ਚਿੱਕੜ ਵਾਲੇ ਥਾਂ ਤੇ ਕਟੋਰਾ ਸੁੱਟਿਆ
ਕੱਢ ਕੇ ਲੈ ਕੇ ਆਂਦਾ। ਤੇ ਜਦੋਂ ਮੁਰਦਾ ਖਾਣ ਦੀ ਗੱਲ ਆਈ ਨਾ ਸੰਗਤ ਜੀ, ਸਾਰੇ ਵੇਖ ਕੇ ਨੱਕ ਮੂੰਹ ਸਿਕੋੜਦੇ ਐ, ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਮੈਨੂੰ ਦੱਸ ਪੈਰਾਂ ਵਾਲੇ ਪਾਸਿਓਂ ਖਾਵਾਂ ਕਿ ਸਿਰ ਵਾਲੇ ਪਾਸਿਓਂ ਖਾਵਾਂ। ਇਤਿਹਾਸਕਾਰ ਕਹਿੰਦੇ ਚਾਦਰ ਚੁੱਕੀ ਤੇ ਕੜਾਹ ਪ੍ਰਸ਼ਾਦ ਦੀ ਦੇਗ ਸੀ। ਇੱਕ ਇੱਕ ਬਚਨ ਸਤਿਗੁਰਾਂ ਦਾ ਹੁਕਮ ਇਹੋ ਜਿਹਾ ਮੰਨਿਆ, ਹੁਕਮ ਮੰਨਿਆ ਹੋਵੇ ਪ੍ਰਮਾਣ, ਤਾਂ ਖਸਮੈ ਕਾ ਮਹਿਲ ਪਾਏ ਸੀ। ਘੁੱਟ ਕੇ ਸੀਨੇ ਨਾਲ ਲਾਇਆ ਤੇ ਇਤਿਹਾਸਕਾਰ ਕਹਿੰਦੇ ਲਹਿਣੇ ਸੇ ਅੰਗਦ ਬਣਾ, ਅੰਗਦ ਸੇ ਅੱਲਾ ਕਰ ਦਿਆ। ਲਹਿਣੇ ਤੋਂ ਗੁਰੂ ਨਾਨਕ ਸਾਹਿਬ ਦੇ ਅੰਗ ਤੋਂ ਭਾਈ ਲਹਿਣਾ ਜੀ ਅੰਗ ਨਾਲ ਜੁੜ ਕੇ ਗੁਰੂ ਨਾਨਕ ਤੋਂ ਮਿਲ ਕਰਕੇ ਗੁਰੂ ਨਾਨਕ ਦੀ ਜੋਤ ਦੇ ਨਾਲ ਸਾਂਝ ਪਾ ਕੇ ਲਹਿਣੇ ਤੋਂ ਗੁਰੂ ਅੰਗਦ ਸਾਹਿਬ ਬਣੇ ਤੇ ਹੁਕਮ ਦਿੱਤਾ ਹੁਣ ਖਡੂਰ ਸਾਹਿਬ ਦੀ ਧਰਤੀ ਤੇ ਜਾ ਕੇ ਬਿਰਾਜਮਾਨ ਹੋਣਾ ਹੈ। ਪਰ ਅੱਜ ਦੇ ਦਿਨ ਜਿੱਥੇ ਇਤਿਹਾਸ ਦੀ ਇਹ ਘਟਨਾ ਵਰਤੀ ਹੈ, ਵਿੱਚ ਕਰਤਾਰਪੁਰੇ ਜਗਰਾਈ ਗੁਰੂ ਅੰਗਦ ਕੋ ਦੀਨ ਵਡਾਈ, ਭਾਈ ਸੱਤਾ ਤੇ ਬਲਵੰਡ ਜੀ ਨੇ ਇਹਨੂੰ ਦੁਨੀਆ ਦੇ ਵਿੱਚ ਉਲਟੀ ਗੰਗ ਵਹਾਉਣ ਵਾਸਤੇ ਇਸ ਘਟਨਾ ਨੂੰ ਤੁਲਨਾ ਦਿੱਤੀ ਹੈ। ਉਲਟੀ ਗੰਗ ਤਾਂ ਕਹੀ ਕਿ ਉਲਟੀ ਗੰਗ ਵਹਾਉਣ ਦੀਆਂ ਗੱਲਾਂ ਸੀ ਪਰ ਪ੍ਰਤੱਖ ਵੇਖਿਆ ਨਹੀਂ। ਇਹ ਘਟਨਾ ਇਵੇਂ ਵਰਤੀ ਕਿ ਚੇਲਾ ਚੇਲਾ ਰਿਹਾ, ਗੁਰੂ ਗੁਰੂ ਰਿਹਾ। ਪਰ ਜਿਹੜੇ ਗੁਰੂ ਨਾਨਕ ਨੂੰ ਸਾਰਾ ਜਗਤ ਝੁਕਾਉਣਾ ਚਾਹੁੰਦਾ ਸੀ, ਪਰ ਸਾਰੇ ਉਹਦੀ ਜੈ ਜੈਕਾਰ ਕਰਦੇ ਐ, ਪਰ ਭਾਈ ਲਹਿਣੇ ਨੂੰ ਗੁਰੂ ਅੰਗਦ ਦੇ ਰੂਪ ਵਿੱਚ ਗੁਰਤਾ ਗੱਦੀ ਤੇ ਬਿਠਾ ਕੇ ਗੁਰੂ ਨਾਨਕ ਸਾਹਿਬ ਖੁਦ ਉਹਨਾਂ ਦੇ ਚਰਨਾਂ ਤੇ ਝੁਕ ਕੇ ਮੱਥਾ ਟੇਕਦੇ ਨੇ। ਸ਼ਹਿ ਟਿੱਕਾ ਦਿਤੋਸ ਜੀਵਨ ਦੇ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦੇ। ਸ਼ਹਿ ਟਿੱਕਾ ਦਿਤੋਸ ਜੀਵਨ ਦੇ ਸਰੀਰਕ ਜਾਮੇ ਵਿੱਚ ਵਿਚਰਦਿਆਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਅੱਗੇ ਮੱਥਾ ਟੇਕਿਆ। ਬਾਬਾ ਬੁੱਢਾ ਸਾਹਿਬ ਜੀ ਨੇ ਬਾਕੀ ਮਰਿਆਦਾ ਨਿਭਾਈ। ਇਹ ਦੁਨੀਆ ਦੇ ਵਿੱਚ ਇੱਕ ਉਲਟੀ ਗੰਗਾ ਵਹਾਈ ਸੀ ਕਿ ਚੇਲੇ ਦੇ ਅੱਗੇ ਗੁਰੂ ਨੇ ਮੱਥਾ ਟੇਕਿਆ। ਸਿੱਧਾ ਨੇ ਇੱਕ ਵਾਰ ਸਵਾਲ ਵੀ ਕੀਤਾ ਕਿ ਜਿਹੜੇ ਗੁਰੂ ਨਾਨਕ ਨੂੰ ਦੁਨੀਆ ਝੁਕਾਉਂਦੀ ਰਹੀ, ਉਹ ਤੁਹਾਡੇ ਅੱਗੇ ਕਿਵੇਂ ਝੁਕ ਗਏ? ਆਮ ਹੰਕਾਰੀ ਬੰਦਾ ਹੁੰਦਾ ਕਹਿੰਦਾ ਕਿ ਪੁੱਤਰ ਆਖੇ ਨਹੀਂ ਸੀ ਲੱਗੇ, ਮੇਰੇ ਅੱਗੇ ਤੇ ਝੁਕਣਾ ਹੀ ਸੀ। ਪਰ ਵੇਖੋ ਨਿਮਰਤਾ ਕਿੱਡੀ। ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਦੇ ਰੂਪ ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ, ਸਿੱਧਾ ਨੂੰ ਇੱਕ ਗੱਲ ਕਹਿੰਦੇ ਐ, ਕਹਿੰਦੇ ਕਦੀ ਕੋਈ ਬੱਚਾ ਧੂੜ ਮਿੱਟੀ ਵਿੱਚ ਰੁਲਦਾ ਹੋਵੇ ਨਾ, ਤੇ ਧੂੜ ਮਿੱਟੀ ਵਿੱਚ ਰੁਲਦੇ ਹੋਏ ਬੱਚੇ ਨੂੰ ਚੁੱਕਣ ਵਾਸਤੇ ਮਾਂ-ਬਾਪ ਨੂੰ ਉਹਦੀ ਸੰਭਾਲ ਵਾਸਤੇ ਚੁੱਕਣਾ ਪੈਂਦਾ। ਮੈਂ ਤੇ ਮਿੱਟੀ ਘੱਟੇ ਵਿੱਚ ਰੁਲਦਾ ਫਿਰਦਾ ਸੀ, ਜੇ ਗੁਰੂ ਨਾਨਕ ਮੇਰੇ ਅੱਗੇ ਝੁਕੇ ਨੇ ਚ ਮੇਰੀ ਕੋਈ ਵਡਿਆਈ ਨਹੀਂ। ਇਹ ਮਾਂ-ਬਾਪ ਦੇ ਰੂਪ ਵਿੱਚ ਮੈਨੂੰ ਰੁਲਦੇ ਨੂੰ ਸਾਂਭਣ ਵਾਸਤੇ ਗੁਰੂ ਨਾਨਕ ਨੇ ਥੱਲਿਓਂ ਤਾਂ ਚੁੱਕ ਕੇ ਉੱਚਾ ਕਰਨਾ ਸੀ। ਇਸ ਕਰਕੇ ਜਿਵੇਂ ਮਾਂ-ਬਾਪ ਬੱਚੇ ਨੂੰ ਚੁੱਕਣ ਵਾਸਤੇ ਝੁਕਦੇ ਐ, ਇੱਦਾਂ ਗੁਰੂ ਨਾਨਕ ਜੇ ਮੇਰੇ ਅੱਗੇ ਝੁਕੇ ਨੇ ਤੇ ਉਹ ਮੈਨੂੰ ਚੁੱਕਣ ਵਾਸਤੇ ਝੁਕੇ ਨੇ। ਇਹ 'ਚ ਮੇਰੀ ਵਡਿਆਈ ਨਹੀਂ, ਵਡਿਆਈ ਗੁਰੂ ਨਾਨਕ ਸਾਹਿਬ ਮਹਾਰਾਜ ਦੀ। ਗੁਰਗੱਦੀ ਤੇ ਬੈਠੇ ਤੇ ਅੱਜ ਦੇ ਦਿਹਾੜੇ ਨੂੰ ਜਿੱਥੇ ਗੁਰਤਾ ਗੱਦੀ ਦੇ ਰੂਪ ਵਿੱਚ ਦੁਨੀਆ ਸਤਿਕਾਰ ਕਰਦੀ, ਨਾਲ ਸ਼ਬਦ ਵਰਤਦੀ, ਇਸ ਦਿਹਾੜੇ ਨੂੰ ਗੁਰਮੁਖੀ ਦਿਵਸ ਦੇ ਰੂਪ ਵਿੱਚ ਮਨਾਈਏ। ਕਿਉਂ? ਗੁਰਗੱਦੀ ਤੇ ਬੈਠ ਕੇ ਜਿੱਥੇ ਗੁਰੂ ਨਾਨਕ ਦੀ ਉਹ ਮਰਿਆਦਾ ਸੰਗਤ ਤੇ ਪੰਗਤ ਨੂੰ ਉਸੇ ਰੂਪ ਦੇ ਵਿੱਚ ਬੁਲੰਦ ਕੀਤਾ, ਕੀਰਤਨ ਦੀ ਮਰਿਆਦਾ ਉਸੇ ਰੂਪ ਵਿੱਚ ਚੱਲੀ, ਲੰਗਰ ਦੀ ਮਰਿਆਦਾ ਹੋਰ ਪੱਕਿਆਂ ਪੈਰਾਂ ਤੇ ਕੀਤੀ। ਪਰ ਤੀਜੇ ਨੰਬਰ ਤੇ ਧਾਰਮਿਕ ਵਿਦਿਆ ਵਾਲੇ ਪੱਖ 'ਚ ਵੱਡਾ ਕੰਮ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕੀਤਾ ਤੇ ਉੱਥੇ ਗੁਰਮੁਖੀ ਦੇ ਨਾਲ ਬੱਚਿਆਂ ਨੂੰ ਜੋੜਿਆ, ਨਾਲ ਗੁਰਮੁਖੀ ਦੇ ਰਾਹੀਂ ਬਾਣੀ ਦੇ ਲੜ ਲਾਇਆ, ਇਤਿਹਾਸ ਲਿਖਾਉਣ ਦਾ ਕਾਰਜ ਕੀਤਾ। ਮੱਲ ਅਖਾੜੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਾਇਮ ਕੀਤੇ। 63 ਸ਼ਲੋਕਾਂ ਦੇ ਰੂਪ ਵਿੱਚ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਜੋ 1539 ਤੋਂ ਲੈ ਕੇ 1552 ਦੇ ਤੱਕ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਇੰਨੀਆਂ ਰਹਿਮਤਾਂ ਕੀਤੀਆਂ ਨੇ ਜਿਹੜੀਆਂ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਉਪਮਾ ਤੇ ਵਡਿਆਈ ਸਤਿਗੁਰਾਂ ਦੀ ਬੇਅੰਤ ਹੈ, ਪਰ ਉਹਨਾਂ ਦੇ ਗੁਰਤਾ ਗੱਦੀ ਦਿਹਾੜੇ ਨੂੰ ਮਨਾਉਂਦਿਆਂ ਆਪਣੇ ਜੀਵਨ ਦੇ ਵਿੱਚ, ਆਪਣੇ ਪਰਿਵਾਰਾਂ ਵਿੱਚ ਇਹ ਯਕੀਨੀ ਬਣਾਈਏ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰਮੁਖੀ ਦੇ ਲੜ ਵੀ ਲਾਵਾਂਗੇ, ਆਪਣੇ ਬੱਚਿਆਂ ਨੂੰ ਤੰਦਰੁਸਤੀ ਵਾਸਤੇ ਕਸਰਤਾਂ ਕਰਨੀਆਂ, ਜਿਵੇਂ ਮੱਲ ਅਖਾੜੇ ਉਹਨਾਂ ਕਾਇਮ ਕੀਤੇ ਸੀ, ਤਨ ਨੂੰ ਤੰਦਰੁਸਤ ਰੱਖਣ ਵਾਸਤੇ ਇਹੋ ਜਿਹੇ ਸਾਧਨ ਵੀ ਵਰਤਾਂਗੇ। ਇਤਿਹਾਸ ਲਿਖਾਇਆ ਸੀ ਗੁਰੂ ਸਾਹਿਬ ਨੇ, ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਵੀ ਜੋੜਾਂਗੇ। ਚੰਗੇਰੀ ਦੁਨਿਆਵੀ ਵਿਦਿਆ ਦੇ ਨਾਲ ਨਾਲ ਗੁਰਮਤਿ ਦੀ ਵਿਦਿਆ ਦੇਣ ਦਾ ਵੀ ਯਤਨ ਕਰਾਂਗੇ, ਤਾਂ ਮਨਾਇਆ ਹੋਇਆ ਗੁਰੂ ਕਾ ਇਹ ਪੁਰਬ ਸਾਡਾ ਸਫਲ ਹੋ ਸਕਦਾ ਹੈ। ਸਾਰੀ ਸੰਗਤ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਵਨ ਗੁਰਤਾ ਗੱਦੀ ਪੁਰਬ ਦੀਆਂ ਲੱਖ ਲੱਖ ਵਧਾਈਆਂ। ਆਓ ਇਤਿਹਾਸ ਦੀ ਲੜੀ ਵੱਲ ਚੱਲੀਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੁੰਦਰ ਸਥਾਨਾਂ ਤੇ ਬਖਸ਼ਿਸ਼ਾਂ ਵਰਤਾ ਰਹੇ ਸਨ। ਦਿੱਲੀ ਤੋਂ ਭੇਜੇ ਹੋਏ ਚੰਦੂ ਦੇ ਦੂਤ ਸਤਿਗੁਰੂ ਪਾਤਸ਼ਾਹ ਦੇ ਕੋਲ ਜਿਸ ਵਕਤ ਆਉਂਦੇ ਆ ਤੇ ਚੰਦੂ ਦੀ ਲੜਕੀ ਦਾ ਰਿਸ਼ਤਾ ਕਰਨ ਵਾਸਤੇ ਫੇਰ ਤੋਂ ਆ ਕੇ ਬੇਨਤੀ ਕਰਦੇ ਆ। ਸਤਿਗੁਰੂ ਪਾਤਸ਼ਾਹ ਤੇ ਸਿੱਖ ਚੰਦੂ ਦਾ ਨਾਮ ਸੁਣਦੇ ਆ, ਉਹਦੀ ਚਿੱਠੀ ਦੇ ਨੂੰ ਪੜ੍ਹ ਕੇ ਵੇਖਦੇ ਆ, ਜਿਹਦੇ ਵਿੱਚ ਹੰਕਾਰ ਦੇ ਭਰੇ ਹੋਏ ਚੰਦੂ ਦੇ ਬੋਲ, ਤੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਜਿਵੇਂ ਆਏ ਹੋ ਉਸੇ ਤਰੀਕੇ ਨਾਲ ਵਾਪਸ ਚਲੇ ਜਾਓ। ਇਹ ਗੁਰੂ ਨਾਨਕ ਦਾ ਘਰ ਹੈ
ਜਿਸ ਦਰ ਤੇ ਆ ਕੇ ਪ੍ਰਸ਼ਾਦਾ ਪਾਣੀ ਛਕੋ, ਸਭ ਕੁਝ ਤੁਹਾਨੂੰ ਮਿਲੇਗਾ। ਪਰ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਨਾਲ ਧਰੋਹ ਕਮਾਇਆ ਹੈ ਚੰਦੂ ਪਾਪੀ ਨੇ, ਉਸ ਪਾਪ ਦੀ ਸਜ਼ਾ ਉਸ ਨੂੰ ਜ਼ਰੂਰ ਮਿਲੇਗੀ। ਆਖਰਕਾਰ ਸਾਰੇ ਤਰੀਕਿਆਂ ਨਾਲ ਉਹਨਾਂ ਯਤਨ ਕੀਤਾ ਕਿ ਕਿਸੇ ਤਰੀਕੇ ਨਾਲ ਗੁਰੂ ਸਾਹਿਬ ਮੰਨਣ, ਪਰ ਸੰਗਤ ਦੀ ਜਿਹੜੀ ਭਾਵਨਾ ਤੇ ਸੰਗਤ ਦੇ ਮਨ ਦਾ ਰੋਸ, ਕਿਉਂਕਿ ਉੱਥੇ ਬੇਨਤੀ ਦੀ ਥਾਂ ਤੇ ਕੇਵਲ ਚੰਦੂ ਪਾਪੀ ਡਰਾਵੇ ਦੇਣਾ ਚਾਹੁੰਦਾ ਸੀ ਕਿ ਜਿਵੇਂ ਮੈਂ ਤੁਹਾਡੇ ਪਿਤਾ ਨਾਲ ਕੀਤਾ ਹੈ, ਮੈਂ ਉਸੇ ਤਰ੍ਹਾਂ ਤੁਹਾਡੇ ਨਾਲ ਵੀ ਕਰ ਸਕਦਾ। ਇਸ ਕਰਕੇ ਉਹਦੇ ਡਰਾਵਿਆਂ ਦੀ ਥਾਂ ਬੇਬਾਕ ਹੋ ਕੇ ਸਤਿਗੁਰਾਂ ਨੇ ਕਹਿ ਦਿੱਤਾ, ਜਾਓ ਜਾ ਕੇ ਕਹਿ ਦਿਓ ਚੰਦੂ ਨੂੰ ਉਹ ਆਪਣੇ ਦਿਨ ਗਿਣਨੇ ਆਰੰਭ ਕਰ ਦੇ। ਦੁਨੀਆ ਦੀ ਕੋਈ ਤਾਕਤ ਹੁਣ ਉਸ ਨੂੰ ਮੌਤ ਰੂਪੀ ਸਜ਼ਾ ਤੋਂ ਬਚਾ ਨਹੀਂ ਸਕਦੀ। ਨਾ ਉਹਨੂੰ ਇਸ ਲੋਕ ਵਿੱਚ ਸੁੱਖ ਮਿਲਣੇ ਹੈ ਤੇ ਨਾ ਪਰਲੋਕ ਦੇ ਵਿੱਚ ਸੁੱਖ ਪ੍ਰਾਪਤ ਹੋਣੇ। ਜਿਵੇਂ ਹੁਣ ਚੰਦੂ ਦੇ ਭੇਜੇ ਹੋਏ ਦੂਤ ਵਾਪਸ ਦਿੱਲੀ ਵਿੱਚ ਜਾ ਕੇ ਉਹਨੂੰ ਸਾਰੀ ਗੱਲ ਦੱਸਦੇ ਆ। ਅਗਲਾ ਪ੍ਰਸੰਗ ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਟਿਕਾਈਏ ਤੇ ਰਸਨਾ ਤੋਂ ਪਿਆਰ ਨਾਲ ਸਾਰੇ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਹਾ ਦੁਸ਼ਟ ਮਤ ਪਾਤ ਕੀ, ਸੁਨਤ ਭਇਓ ਦੁਖ ਪਾਏ। ਉਹ ਮਹਾ ਦੁਸ਼ਟ ਪਾਪੀ ਮਤ ਵਾਲਾ ਜਦੋਂ ਉਹਨੂੰ ਪਤਾ ਲੱਗਾ ਕਿ ਉਹਦੇ ਭੇਜੇ ਦੂਤ ਖਾਲੀ ਵਾਪਸ ਆ ਗਏ ਨੇ, ਉਹਨਾਂ ਨੇ ਜਿਵੇਂ ਆ ਕੇ ਦੱਸਿਆ ਸਾਰੀ ਗੱਲ ਜਿਹੜੀ ਬੀਤੀ ਹੈ, ਸੁਣ ਕਰਕੇ ਉਹ ਪਾਪੀ ਬੜਾ ਦੁਖੀ ਹੁੰਦਾ ਹੈ। ਬੂਝਤ ਕਹੋ ਪ੍ਰਸੰਗ ਸਭ, ਕਿਮ ਦੇਖਿਓ ਤੁਮ ਜਾਏ। ਤੇ ਉਸ ਵਕਤ ਆਪਣੇ ਭੇਜੇ ਹੋਏ ਜਿਹੜੇ ਦੂਤ ਸੀ ਉਹਨਾਂ ਨੂੰ ਪੁੱਛਦਾ ਹੈ, ਮੈਨੂੰ ਦੱਸੋ ਤੇ ਸਹੀ, ਉੱਥੇ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੀ ਇਸ ਨਗਰੀ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਦੀਦਾਰ ਕਰਦਿਆਂ ਤੁਸੀਂ ਉੱਥੇ ਕੀ ਕੁਝ ਵੇਖਿਆ, ਕਿਵੇਂ ਕਿਵੇਂ ਤੁਹਾਡੇ ਨਾਲ ਬੀਤੀ ਆ, ਸਾਰਾ ਪ੍ਰਸੰਗ ਦੱਸਣਾ ਕਰੋ। ਚੌਪਈ ਕਹਿਤ ਭਏ ਸੁਨ ਕਾਨ ਦੀਵਾਨ। ਤੇ ਉਹ ਦੂਤ ਅੱਗੋਂ ਚੰਦੂ ਨੂੰ ਦੱਸਦੇ ਨੇ, ਕੰਨ ਲਾ ਕੇ ਦੀਵਾਨ ਜੀ ਸਾਡੀ ਗੱਲ ਹੁਣ ਧਿਆਨ ਨਾਲ ਸੁਣਨਾ ਕਰੋ। ਉਤਰੇ ਪ੍ਰਥਮ ਏਕ ਹਮ ਬਾਨ। ਕਿ ਜਦੋਂ ਤੁਹਾਡੇ ਵੱਲੋਂ ਚਿੱਠੀ ਲੈ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਦੇ ਵਿੱਚ ਜਦੋਂ ਇੱਕ ਥਾਂ ਤੇ ਪਹੁੰਚ ਕੇ ਅਸੀਂ ਪਹਿਲਾਂ ਵਿਸ਼ਰਾਮ ਕੀਤਾ ਸੀ, ਲੋਕਨ ਕੋ ਬੂਝਿਓ ਗੁਰ ਕਿਤ ਹੈ। ਉੱਥੇ ਆਲੇ ਦੁਆਲੇ ਦੇ ਲੋਕਾਂ ਨੂੰ ਜਦੋਂ ਕਿਸੇ ਨੂੰ ਮਿਲ ਕਰਕੇ ਪੁੱਛਿਆ ਕਿ ਹੁਣ ਛੇਵੇਂ ਪਾਤਸ਼ਾਹ ਦੇ ਰੂਪ ਵਿੱਚ ਮੀਰੀ ਪੀਰੀ ਵਾਲੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਵੱਲੋਂ ਕੇਵਲ ਗੁਰੂ ਹਰਗੋਬਿੰਦ ਸਾਹਿਬ ਨਾਮ ਲੈ ਕੇ ਪੁੱਛਿਆ ਗਿਆ ਸੀ। ਤੇ ਜਦੋਂ ਪੁੱਛਦੇ ਨੇ ਕਿ ਹੁਣ ਗੁਰੂ ਮਹਾਰਾਜ ਕਿੱਥੇ ਹਨ, ਇਸ ਬਾਰੇ ਵਿੱਚ ਜਦੋਂ ਖਬਰ ਲੈਣੀ ਚਾਹੀ, ਕਬ ਹਮ ਮਿਲੇ ਹੋਏ ਇੱਕ ਚਿਤ ਹੈ। ਕਿ ਕਿਹੜਾ ਸਮਾਂ ਹੋਏਗਾ, ਕਿਹੜੀ ਥਾਂ ਹੋਏਗੀ ਜਿੱਥੇ ਗੁਰੂ ਸਾਹਿਬ ਨਾਲ ਅਸੀਂ ਮਿਲ ਸਕਦੇ ਹਾਂ, ਉਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ। ਤਬੋ ਸਿੱਖ ਇੱਕ ਸਕਲ ਬਤਾਏ। ਕਹਿੰਦੇ ਸਾਡੀ ਗੱਲ ਸੁਣ ਕੇ ਇੱਕ ਸਿੱਖ, ਚੰਦੂ ਦੇ ਦੂਤ ਕਹਿੰਦੇ ਨੇ ਕਿ ਇੱਕ ਸਿੱਖ ਨੇ ਸਾਨੂੰ ਗੁਰੂ ਸਾਹਿਬ ਦੇ ਬਾਰੇ ਵਿੱਚ ਇਹ ਕਹਿ ਕੇ ਦੱਸਿਆ, ਖੇਲਤ ਅਬ ਸ਼ਿਕਾਰ ਕੋ ਆਏ। ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਸਮਾਂ ਹੈ ਉਹ ਸ਼ਿਕਾਰ ਖੇਡਣ ਦਾ ਸੀ, ਤੇ ਇਸ ਵਕਤ ਉਹ ਸ਼ਿਕਾਰ ਖੇਡ ਕੇ ਆਏ ਹੋਣੇ ਐ, ਤੇ ਸ਼ਿਕਾਰ ਖੇਡ ਕੇ ਵਾਪਸ ਆ ਕਰਕੇ ਬੈਠੇ ਸ਼ੋਭਤ ਤਖਤ ਸਤਾਨ। ਤੇ ਜਿੱਥੇ ਸਤਿਗੁਰੂ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਹੋਈ ਹੈ, ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸੁੰਦਰ ਅਸਥਾਨ ਤੇ ਸਾਜੇ ਹੋ ਕਰਕੇ, ਭਾਵ ਸੱਜ ਕਰਕੇ ਬਿਰਾਜਮਾਨ ਹੋ ਕਰਕੇ ਉਸ ਸਥਾਨ ਦੀ ਸ਼ੋਭਾ ਵਧਾਉਂਦੇ ਨੇ। ਇਸ ਤਰ੍ਹਾਂ ਸੁੰਦਰ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ੋਭ ਰਹੇ ਹੋਣਗੇ। ਗਨ ਸੁਭਟਨ ਕੋ ਲਾਗ ਦੀਵਾਨ। ਉਹ ਸਿੱਖ ਦੱਸਦਾ ਹੈ ਚੰਦੂ ਦੇ ਭੇਜੇ ਹੋਏ ਜਿਹੜੇ ਦੂਤ ਨੇ, ਤੇ ਚੰਦੂ ਦੇ ਭੇਜੇ ਹੋਏ ਦੂਤ ਹੁਣ ਚੰਦੂ ਨੂੰ ਦੱਸਦੇ ਨੇ ਕਿ ਉਹ ਸਿੱਖ ਨੇ ਸਾਨੂੰ ਦੱਸਿਆ ਕਿ ਜਿੱਥੇ ਸਤਿਗੁਰਾਂ ਦੇ ਕੋਲ ਬਹੁਤ ਸਾਰੇ ਸੂਰਮੇ ਬੈਠੇ ਹੋਣਗੇ, ਬੜਾ ਸੋਹਣਾ ਸਤਿਗੁਰਾਂ ਦਾ ਸੁੰਦਰ ਦਰਬਾਰ ਲੱਗਾ ਹੋਏਗਾ, ਮਿਲੋ ਕਰੋ ਦਰਸ਼ਨ ਇਸ ਬੇਰਾ। ਇਸ ਕਰਕੇ ਆ ਸਮਾਂ ਬਣ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਅਸਥਾਨ ਤੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜਾ ਕੇ ਤੁਸੀਂ ਵੀ ਦਰਸ਼ਨ ਕਰ ਲਵੋ। ਐਸੋ ਸਮੋ ਨਾ ਪਾਵੋ ਫੇਰਾ। ਇਹ ਤੁਹਾਡੇ ਵੱਡੇ ਭਾਗ ਨੇ ਸਿੱਖ। ਉਹਨਾਂ ਚੰਦੂ ਦੇ ਦੂਤਾਂ ਨੂੰ ਕਹਿੰਦਾ ਹੈ ਕਿ ਇਹੋ ਜਿਹਾ ਸਮਾਂ ਬਾਰ-ਬਾਰ ਨਹੀਂ ਮਿਲਦਾ, ਵੱਡੇ ਭਾਗਾਂ ਨੇ ਦੇ ਨਾਲ ਗੁਰੂ ਦੇ ਦਰਸ਼ਨ ਹੁੰਦੇ ਐ। ਤੇ ਸਤਿਗੁਰੂ ਪਾਤਸ਼ਾਹ ਸ਼ਿਕਾਰ ਖੇਡ ਕੇ ਆਏ ਐ, ਸ਼੍ਰੀ ਅਕਾਲ ਤਖਤ ਸਾਹਿਬ ਤੇ ਦੀਵਾਨ ਸਜੇ ਐ, ਤੇ ਉਹਨਾਂ ਦੀਵਾਨਾਂ ਵਿੱਚ ਜਾ ਕੇ ਤੁਸੀਂ ਵੀ ਸਤਿਗੁਰਾਂ ਦੇ ਦਰਸ਼ਨ ਕਰ ਸਕਦੇ ਹੋ। ਸੁਨ ਹਮ ਬਿਸਮੇ ਕਿਆ ਇਹ ਕਹੈ। ਕਹਿੰਦੇ ਜਦੋਂ ਅਸੀਂ ਸਿੱਖ ਕੋਲੋਂ ਸੁਣਿਆ ਸ਼੍ਰੀ ਅਕਾਲ ਤਖਤ, ਕਿਉਂਕਿ ਤਖਤ ਤੇ ਬਾਦਸ਼ਾਹਾਂ ਦੇ ਹੁੰਦੇ ਸਨ, ਪਰ ਤਖਤ ਨਾਲ ਦੀ ਥਾਂ ਇਹ ਸ਼ਬਦ ਸ਼੍ਰੀ ਅਕਾਲ ਤਖਤ ਕਰਕੇ ਸ਼ੋਭਾ ਵਾਲੇ ਬੋਲ ਰਿਹਾ ਹੈ।
ਨਾਲੇ ਸੂਰਮਿਆਂ ਦੀ ਗੱਲ ਕਰ ਰਿਹਾ ਹੈ ਕਿ ਉਹਨਾਂ ਦੇ ਕੋਲ ਬੜੇ ਬੜੇ ਬਹਾਦਰ ਸੂਰਮੇ ਬੈਠੇ ਹੋਣਗੇ। ਤੇ ਕਹਿੰਦੇ ਅਸੀਂ ਸੁਣ ਕਰਕੇ ਇਹ ਤਖਤ ਸ਼ਬਦ ਸੁਣ ਕੇ ਬੜੇ ਪਹਿਲਾਂ ਹੈਰਾਨ ਹੋਏ ਗਾਦੀ ਇਹੋ ਫਕੀਰਣ ਕਿ ਹੈ। ਇਹ ਤੇ ਗੱਦੀ ਹੈ, ਤੇ ਗੱਦੀ ਤੇ ਤਖਤ ਦਾ ਤੇ ਬੜਾ ਅੰਤਰ ਹੈ। ਤਖਤ ਤੇ ਬਾਦਸ਼ਾਹਾਂ ਦੇ ਹੁੰਦੇ ਨੇ, ਤੇ ਇਹ ਫਕੀਰਾਂ ਦੀ ਗੱਦੀ ਇਹ ਤਖਤ ਲਾ ਕੇ ਕਿਵੇਂ ਬੈਠ ਸਕਦੇ ਹਨ। ਕਰਨ ਸ਼ਿਕਾਰ ਸ਼ਸਤਰਗਨ ਧਰਬੇ। ਫਿਰ ਸ਼ਿਕਾਰ ਖੇਡਣਾ, ਤੇ ਸ਼ਿਕਾਰ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਖੇਡਿਆ ਕਰਦੇ ਸਨ, ਤੇ ਇਹ ਸ਼ਿਕਾਰ ਖੇਡਦੇ ਹੋਣਗੇ। ਫਿਰ ਸ਼ਸਤਰ, ਤੇ ਸ਼ਸਤਰਾਂ ਤੋਂ ਬਗੈਰ ਸ਼ਿਕਾਰ ਨਹੀਂ ਕੀਤਾ ਜਾ ਸਕਦਾ। ਉਹ ਸ਼ਿਕਾਰ ਵੀ ਕਰਦੇ ਨੇ, ਇਹਦਾ ਮਤਲਬ ਸ਼ਸਤਰ ਵੀ ਧਾਰਨ ਕਰਦੇ ਹਨ। ਔਰ ਤਖਤ ਪਰ ਬੈਠਣ ਕਰਬੇ। ਫਿਰ ਤਖਤ ਦੇ ਉੱਪਰ ਬਿਰਾਜਮਾਨ ਹੁੰਦੇ ਹਨ। ਇਹ ਗਤ ਕਬ ਤੇ ਕੀਨ ਨਵੀਨ। ਕਹਿੰਦੇ ਹੈਰਾਨ ਹੋ ਕੇ ਅਸੀਂ ਇਸ ਸਿੱਖ ਤੋਂ ਪੁੱਛਿਆ ਕਿ ਇਹ ਗੁਰੂ ਨਾਨਕ ਦੇ ਘਰ ਦਾ ਇਹ ਨਵਾਂ ਰੂਪ ਕਦੋਂ ਤੋਂ ਉਜਾਗਰ ਹੋਇਆ, ਕਿ ਸ਼ਸਤਰ ਕਦੋਂ ਤੋਂ ਰੱਖਣੇ ਸ਼ੁਰੂ ਕਰਤੇ, ਸ਼ਿਕਾਰ ਕਦੋਂ ਤੋਂ ਖੇਡਣੇ ਸ਼ੁਰੂ ਕਰ ਦਿੱਤੇ, ਇਹ ਸ਼੍ਰੀ ਅਕਾਲ ਤਖਤ ਦੇ ਰੂਪ ਵਿੱਚ ਨਵਾਂ ਤਖਤ ਕਦੋਂ ਤੋਂ ਸਿਰਜ ਲਿਆ ਹੈ। ਪਾਤਸ਼ਾਹਨ ਕੀ ਰੀਤ ਪ੍ਰਵੀਨ। ਕਿਉਂਕਿ ਇਹ ਜਿੰਨੀਆਂ ਰੀਤਾਂ ਸ਼ਿਕਾਰ ਖੇਡਣਾ, ਸ਼ਸਤਰਧਾਰੀ ਫੌਜ ਰੱਖਣਾ, ਸ਼ਸਤਰ ਕੋਲ ਰੱਖਣਾ, ਜਾਂ ਤਖਤ ਉੱਪਰ ਬਿਰਾਜਮਾਨ ਹੋਣਾ, ਇਹ ਤੇ ਵੱਡੇ ਵੱਡੇ ਬਾਦਸ਼ਾਹਾਂ ਦੀਆਂ ਰੀਤਾਂ ਨੇ। ਤੇ ਗੁਰੂ ਨਾਨਕ ਦਾ ਘਰ ਫਕੀਰਾਂ ਦਾ ਘਰ, ਇਸ ਘਰ ਦੀ ਇਹ ਨਵੀਂ ਰੀਤ ਕਦੋਂ ਤੋਂ ਆਰੰਭ ਹੋਈ ਹੈ। ਚਮੂ ਰਾਖਣੀ ਬਲੀ ਤੁਰੰਗ। ਕਿ ਤੁਸੀਂ ਦੱਸ ਰਹੇ ਹੋ, ਸਿੱਖ ਦੱਸਦਾ ਸੀ, ਤੇ ਸਿੱਖ ਨੂੰ ਇਹ ਦੂਤ ਪੁੱਛਦੇ ਨੇ, ਤੇ ਚੰਦੂ ਨੂੰ ਦੱਸ ਰਹੇ ਨੇ ਕਿ ਅਸੀਂ ਪੁੱਛਿਆ ਕਿ ਉਹਨਾਂ ਨੇ ਫੌਜ ਰੱਖੀ ਹੈ, ਬੜੇ ਬਲਵਾਨ ਉਹਨਾਂ ਘੋੜੇ ਰੱਖੇ ਹੋਏ ਹਨ। ਅਪਰ ਸਮਾਜ ਸ਼ਾਹ ਜਿਮ ਸੰਗ। ਜਿਵੇਂ ਬਾਦਸ਼ਾਹ ਸਾਜੋ ਸਮਾਨ ਰੱਖਦਾ ਹੈ, ਫੌਜ ਰੱਖਦਾ ਹੈ, ਇਸੇ ਤਰ੍ਹਾਂ ਬਾਦਸ਼ਾਹਾਂ ਵਾਂਗੂ ਹਰ ਤਰੀਕੇ ਦੀ ਤਿਆਰੀ ਉਹਨਾਂ ਨੇ ਕੀਤੀ ਹੋਈ ਹੈ। ਸੁਣ ਸਿੱਖ ਕਹਿਓ ਜਬੈ ਸੁਧ ਆਈ। ਤੇ ਸਿੱਖ ਨੇ ਸਾਡੀ ਗੱਲ ਸੁਣ ਕੇ ਚੰਦੂ ਦੇ ਦੂਤ ਚੰਦੂ ਨੂੰ ਦੱਸ ਰਹੇ ਨੇ ਕਿ ਸਿੱਖ ਨੇ ਸਾਨੂੰ ਦੱਸਿਆ ਕਿ ਜਦੋਂ ਤੋਂ ਸਤਿਗੁਰੂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਇਹ ਖਬਰ ਮਿਲੀ ਹੈ। ਚੰਦੂ ਕਰਿਓ ਪਾਪ ਅਦਕਾਈ। ਜਿਹੜਾ ਸਿੱਖ ਦੱਸ ਰਿਹਾ ਉਹਨੂੰ ਨਹੀਂ ਪਤਾ ਕਿ ਇਹ ਚੰਦੂ ਦੇ ਦੂਤ ਨੇ, ਇਸ ਕਰਕੇ ਉਹ ਉਸੇ ਤਰੀਕੇ ਨਾਲ ਦੱਸ ਰਿਹਾ ਹੈ ਕਿ ਜਦੋਂ ਤੋਂ ਗੁਰੂ ਘਰ ਇਹ ਖਬਰ ਮਿਲੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪ੍ਰਤੀ, ਜਿਵੇਂ ਚੰਦੂ ਪਾਪੀ ਨੇ ਭੈੜਾ ਪਾਪ ਕਮਾਇਆ ਸੀ, ਸ੍ਰੀ ਅਰਜਨ ਤਨ ਤਿਆਗ ਸਿਧਾਰੇ। ਤੇ ਗੁਰੂ ਅਰਜਨ ਸਾਹਿਬ ਉਹਦੇ ਘਰ ਦੇ ਵਿੱਚ ਚੰਦੂ ਦੇ ਪਾਪਾਂ ਕਰਕੇ, ਉਹਦੇ ਵੱਲੋਂ ਸਖਤ ਤਸੀਹੇ ਦੇਣ ਕਰਕੇ ਆਪਣਾ ਤਨ ਤਿਆਗ ਗਏ ਸਨ। ਤਬ ਤੇ ਕ੍ਰੋਧ ਅਦਕ ਉਰ ਤਾਰੇ। ਉਦੋਂ ਤੋਂ ਗੁਰੂ ਨਾਨਕ ਦੇ ਘਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਮੀਰੀ ਪੀਰੀ ਦੇ ਮਾਲਕ ਬਣ ਕੇ ਵੀਰ ਰਸ ਦੇ ਧਾਰਨੀ ਹੋ ਕੇ ਸੱਜੇ ਹਨ। ਦੋਏ ਖੜਗ ਨਿਜ ਘਰ ਮੈਂ ਪਾਏ। ਉਦੋਂ ਤੋਂ ਸਤਿਗੁਰਾਂ ਨੇ ਹੁਣ ਦੋ ਤਲਵਾਰਾਂ ਦੇ ਧਾਰਨੀ ਹੋ ਕੇ ਬੈਠਣਾ ਕੀਤਾ ਹੈ। ਦੋ ਤਲਵਾਰਾਂ, ਇੱਕ ਮੀਰੀ ਦੀ, ਇੱਕ ਪੀਰੀ ਦੀ। ਇਹ ਮੀਰੀ ਤੇ ਪੀਰੀ ਦੇ ਮਾਲਕ ਬਣ ਕੇ ਬੈਠੇ ਹਨ। ਅੰਗ ਸੰਗ ਧਨ ਤਰਕਸ਼ ਲਾਏ। ਜਿੱਥੇ ਸ਼ਸਤਰ ਧਾਰੀ ਨੇ ਉੱਥੇ ਧਨੁੱਖ ਵੀ ਧਾਰਨ ਕਰਦੇ ਨੇ, ਇੱਕ ਪੱਥਾ ਵੀ ਨਾਲ ਰੱਖਦੇ ਨੇ ਜਿਹਦੇ ਵਿੱਚ ਤੀਰ ਭਰੇ ਹੋਣ। ਰਾਖ ਲਈ ਸੈਨਾ ਸਮੁਦਾਈ। ਤੇ ਸਤਿਗੁਰੂ ਪਾਤਸ਼ਾਹ ਨੇ ਤਿਆਰ ਬਰ ਤਿਆਰ ਫੌਜਾਂ ਤਿਆਰ ਕੀਤੀਆਂ ਹਨ। ਖਤਨ ਚੰਦ ਹਿਤ ਸਬਤ ਅਲਾਈ। ਤੇ ਚੰਦੂ ਪਾਪੀ ਨੂੰ ਉਹਦੇ ਕੀਤੇ ਕਰਮਾਂ ਦੀ ਸਜ਼ਾ ਦੇਣ ਦਾ ਬਚਨ ਸੰਗਤ ਵਿੱਚ ਕੀਤਾ ਹੈ। ਦਿਨ ਪ੍ਰਤ ਸਭ ਸਮਾਜ ਅਦਕਾਇਓ। ਦਿਨ ਰਾਤ ਕਰਕੇ ਸਤਿਗੁਰ ਪਾਤਸ਼ਾਹ ਕੋਲ ਬੜੀਆਂ ਸੰਗਤਾਂ ਜੁੜਦੀਆਂ ਨੇ, ਫੌਜਾਂ ਇਕੱਠੀਆਂ ਹੋ ਰਹੀਆਂ ਨੇ, ਸ਼ਸਤਰ ਇਕੱਠੇ ਹੋ ਰਹੇ ਹਨ। ਬੈਠਣ ਹੇਤ ਤਖਤ ਬਣਵਾਇਓ। ਤੇ ਇਸ ਤਰ੍ਹਾਂ ਸੰਗਤਾਂ ਵਿੱਚ ਬੈਠਣ ਵਾਸਤੇ ਸਤਿਗੁਰਾਂ ਨੇ ਸੁੰਦਰ ਸ਼੍ਰੀ ਅਕਾਲ ਤਖਤ ਦੀ ਸਿਰਜਣਾ ਭੀ ਕੀਤੀ ਹੈ। ਤਬ ਹਮ ਸੁਨ ਕੇ ਗਏ ਅਗਾਰੀ। ਚੰਦੂ ਦੇ ਦੂਤ ਚੰਦੂ ਨੂੰ ਦੱਸ ਰਹੇ ਨੇ, ਸਿੱਖ ਪਾਸੋਂ ਇਹ ਸਾਰੀ ਗੱਲ ਸੁਣ ਕੇ ਫਿਰ ਅਸੀਂ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਗਏ ਸਾਂ। ਦੇਖੇ ਬਹੁ ਬੈਠੇ ਭਟ ਭਾਰੀ। ਤੇ ਅਸੀਂ ਜਾ ਕੇ ਵੇਖਦੇ ਹਾਂ ਜਿੱਥੇ ਸ਼੍ਰੀ ਹਰਮੰਦਰ ਸਾਹਿਬ ਦਾ ਸਥਾਨ ਹੈ, ਉਹਦੇ ਸਾਹਮਣੇ ਇੱਕ ਸ਼੍ਰੀ ਅਕਾਲ ਤਖਤ ਦੀ ਸਿਰਜਣਾ ਕੀਤੀ ਹੈ, ਜਿੱਥੇ ਬਹੁਤ ਸਾਰੇ ਫੌਜੀ ਭਾਵ, ਬਹੁਤ ਸਾਰੇ ਬਹਾਦਰ ਸੂਰਮੇ, ਬਲਵਾਨ ਸੂਰਮੇ ਉੱਥੇ ਬੈਠੇ ਸਨ। ਆਪ ਸ਼ਸਤਰ ਜੁਤ ਤਖਤ ਸੁਹਾਏ। ਆਪ ਮੀਰੀ ਪੀਰੀ ਦੇ ਮਾਲਕ ਬਣ ਕਰਕੇ ਸ਼ਸਤਰ ਧਾਰੀ ਹੋ ਕੇ ਤਖਤ ਉੱਪਰ ਸ੍ਰੀ ਗੁਰੂ ਹਰਗੋਬਿੰਦ ਜੀ ਬਿਰਾਜਮਾਨ ਸਨ। ਜਾਏ ਨਿਕਟ ਹਮ ਸੀਸ ਨਿਵਾਏ। ਜਾ ਕੇ ਜਦੋਂ ਉਹਨਾਂ ਦੇ ਅਸੀਂ ਦਰਸ਼ਨ ਕੀਤੇ, ਸਿੱਖ ਸੰਗਤਾਂ ਜਿੱਥੇ ਚਰਨਾਂ ਤੇ ਨਮਸਕਾਰ ਕਰ ਰਹੀਆਂ ਸੀ, ਅਸੀਂ ਵੀ ਉਹਨਾਂ ਦੇ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ।
ਸੇ ਤੁਮ ਨਾਮ ਦਈ ਜਬ ਪਾਤੀ। ਤੇ ਚੰਦੂ ਨੂੰ ਕਹਿੰਦੇ ਨੇ ਜਦੋਂ ਤੇਰਾ ਨਾਂ ਲੈ ਕੇ ਅਸੀਂ ਉਹਨਾਂ ਨੂੰ ਚਿੱਠੀ ਤੇਰੇ ਵੱਲੋਂ ਦਿੱਤੀ ਸੀ। ਚਿਤਵਤ ਪਿਤ ਕੋ ਸੁਲਗਤ ਛਾਤੀ। ਵੀਰ ਰਸ ਦੇ ਭਰੇ ਹੋਏ ਉੱਥੇ ਸਾਰੇ ਸਿੱਖ ਵੀ ਜਿਹੜੇ ਮੌਜੂਦ ਸੀ, ਤੇਰਾ ਨਾਂ ਸੁਣ ਕੇ ਸਾਰਿਆਂ ਦੇ ਮਨ ਵਿੱਚ ਰੋਸ ਆ ਗਿਆ। ਜਿਹੜਾ ਗੁਰੂ ਅਰਜਨ ਸਾਹਿਬ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ, ਉਹ ਸੇਕ ਅਜੇ ਤੱਕ ਸਿੱਖਾਂ ਦੇ ਮਨ ਦੇ ਵਿੱਚ ਉਹ ਰੋਸ ਦੇ ਰੂਪ ਵਿੱਚ ਸੀ, ਜਿਹਨੂੰ ਸਤਿਗੁਰਾਂ ਨੇ ਵੀਰ ਰਸ ਦੇ ਵਿੱਚ ਕ੍ਰੋਧ ਦੀ ਥਾਂ ਬਦਲਿਆ ਹੋਇਆ ਸੀ। ਕਹਿਣ ਲੱਗੇ ਉੱਥੇ ਤੇਰਾ ਨਾਂ ਸੁਣ ਕਰਕੇ ਸਾਰਿਆਂ ਦੇ ਹਿਰਦੇ ਜਿਹੜੇ ਸੀ ਰੋਸ ਦੇ ਨਾਲ ਭਰ ਗਏ ਸਨ। ਜਬ ਪੜਵਾਏ ਸੁਨੀ ਰਿਸ ਧਾਰੀ। ਕਹਿੰਦੇ ਜਿਸ ਵਕਤ ਤੇਰੀ ਚਿੱਠੀ ਅਸੀਂ ਉੱਥੇ ਦਿੱਤੀ, ਉਹ ਸਤਿਗੁਰਾਂ ਨੇ ਉਹ ਚਿੱਠੀ ਸਿੱਖ ਕੋਲੋਂ ਪੜਵਾਈ, ਸਾਰਿਆਂ ਦੇ ਮਨ ਵਿੱਚ ਰੋਸ ਆ ਗਿਆ ਸੀ। ਬਹੁ ਕਠੋਰ ਤਬ ਗਿਰਾ ਉਚਾਰੀ। ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਤੇਰੀ ਚਿੱਠੀ ਨੂੰ ਪੜ੍ਹ ਕੇ ਸੁਣ ਕੇ ਕੋਈ ਡਰ ਨਹੀਂ ਧਾਰਿਆ, ਬਲਕਿ ਬੇਬਾਕ ਹੋ ਕੇ ਨਿਡਰ ਹੋ ਕੇ ਉਹਨਾਂ ਇਹ ਬਚਨ ਕਹੇ ਹਨ। ਪਿਤਾ ਬੈਰ ਕੋ ਤਿਆਗੈ ਨਾਹਿਨ। ਇਹ ਜਿਹੜਾ ਉਹਨੇ ਪਿਤਾ ਸ਼ਾਂਤ ਸਰੂਪ ਗੁਰੂ ਅਰਜਨ ਸਾਹਿਬ ਨੇ ਚੰਦੂ ਦੇ ਨਾਲ, ਸ਼ਾਂਤ ਸਰੂਪ ਗੁਰੂ ਅਰਜਨ ਸਾਹਿਬ ਮਹਾਰਾਜ ਨਾਲ ਚੰਦੂ ਪਾਪੀ ਨੇ ਜਿਹੜਾ ਪਾਪ ਕਮਾਇਆ ਹੈ, ਇਹ ਸੰਗਤਾਂ ਹੁਣ ਬਖਸ਼ਣਗੀਆਂ ਨਹੀਂ। ਤਰਾਸ ਹਿਰਦੇ ਮੋ ਮਾਨੇ ਕਾਹਿਨ। ਕਹਿੰਦੇ ਫਿਰ ਉਹ ਤੁਹਾਡਾ ਡਰ ਭਲਾ ਕਿਸ ਤਰੀਕੇ ਦੇ ਨਾਲ ਮੰਨ ਲੈਣ। ਚੰਦੂ ਸੰਗ ਕਹੋ ਅਸ ਜਾਈ। ਕਹਿੰਦੇ ਕਿਸੇ ਪ੍ਰਕਾਰ ਦਾ ਉਹਨੂੰ ਤੁਹਾਡੀ ਚਿੱਠੀ ਪੜ੍ਹ ਕੇ ਡਰ ਨਾ ਆਇਆ ਉਹਨਾਂ ਨੂੰ, ਤੇ ਉਹਨਾਂ ਬੇਬਾਕ ਹੋ ਕੇ ਕਿਹਾ ਕਿ ਜਾ ਕੇ ਚੰਦੂ ਨੂੰ ਸਾਡੇ ਵੱਲੋਂ ਕਹਿ ਦਿਓ ਅਪਦਾ ਘੋਰ ਮੂਡ ਨਿਆਰਾਈ। ਕਿ ਉਸ ਮੂਰਖ ਪਾਪੀ ਦੇ ਕੋਲ ਮੁਸੀਬਤਾਂ ਨੇੜੇ ਆ ਗਈਆਂ ਨੇ, ਸੰਕਟ ਨੇੜੇ ਆ ਗਿਆ, ਉਹਦੇ ਦਿਨ ਬਹੁਤ ਥੋੜੇ ਹਨ। ਇਕ ਤਉ ਤਨ ਕੀ ਬੈਸ ਨਵੀਨ। ਅਸੀਂ ਤੇ ਵੇਖ ਕੇ ਚੰਦੂ ਦੇ ਦੂਤ ਕਹਿੰਦੇ ਹੈਰਾਨ ਹੋ ਗਏ, ਬੇਬਾਕ ਹੋ ਕੇ, ਕਿ ਤੁਸੀਂ ਏਡੇ ਵੱਡੇ ਦੀਵਾਨ ਹੋਵੋ, ਪਰ ਉਹਨਾਂ ਨੂੰ ਕੋਈ ਡਰ ਹੀ ਨਹੀਂ ਤੁਹਾਡਾ, ਕਿਸੇ ਪ੍ਰਕਾਰ ਦਾ ਭੈ ਨਹੀਂ। ਇੱਕ ਤੇ ਉਹਨਾਂ ਦੀ ਉਮਰ ਵੀ ਜਿਹੜੀ ਸੀ ਅਜੇ ਨੌਜਵਾਨਾਂ ਵਾਲੀ ਹੈ। ਦੂਜੇ ਸ਼ਸਤਰ ਅੰਗ ਧਰ ਲੈਨ। ਫਿਰ ਉਹਨਾਂ ਨੇ ਸਰੀਰ ਦੇ ਉੱਪਰ ਸ਼ਸਤਰ ਵੀ ਧਾਰਨ ਕੀਤੇ ਹਨ। ਤੀਜੈ ਸੁਬਟਨ ਕਹਿ ਨਿਤ ਸੰਗ। ਫਿਰ ਉਹਨਾਂ ਸੂਰਮਿਆਂ ਦੀ ਫੌਜ ਜਿਹੜੀ ਤਿਆਰ ਬਰ ਤਿਆਰ ਸੈਨਾ ਆਪਣੇ ਕੋਲ ਰੱਖੀ ਹੈ, ਮਾਰ ਮਾਰ ਕਰ ਚਾਸ ਜੰਗ। ਜਿਨ੍ਹਾਂ ਨਾਲ ਨਿਤ ਸ਼ਸਤਰਾਂ ਦਾ ਅਭਿਆਸ ਉਹ ਕਰਦੇ ਰਹਿੰਦੇ ਹਨ। ਤੁਝ ਤੇ ਕੁਛ ਉਪਾਏ ਹੋਏ ਆਵੈ। ਇਸ ਕਰਕੇ ਜਿਹੜਾ ਉਹਨਾਂ ਨੇ ਬਚਨ ਕੀਤਾ ਹੈ, ਉਸ ਤੋਂ ਪਿੱਛੇ ਹਟਦੇ ਸਾਨੂੰ ਨਜ਼ਰ ਨਹੀਂ ਆਉਂਦੇ ਨੇ ਕਿ ਉਹ ਤੈਨੂੰ ਬਖਸ਼ ਦੇਣਗੇ। ਤੈਨੂੰ ਜੇ ਤੇ ਚੰਦੂ ਪਾਪੀ ਕਿਤੇ ਖਿਮਾ ਮੰਗਣ ਵਾਸਤੇ ਚਰਨਾਂ ਤੇ ਢਹਿ ਪੈਂਦਾ ਤੇ ਵੱਡੇ ਵੱਡੇ ਪਾਪੀ ਵੀ ਬਖਸ਼ੇ ਜਾਂਦੇ, ਪਰ ਇਹ ਤੇ ਅਜੇ ਵੀ ਹੰਕਾਰ ਵਿੱਚ ਸੀ। ਤੇ ਚੰਦੂ ਦੇ ਦੂਤ ਕਹਿੰਦੇ ਨੇ ਹੁਣ ਤੂੰ ਉਹਨਾਂ ਤੋਂ ਬਚ ਨਹੀਂ ਸਕਦਾ ਹੈ। ਉਹ ਜਿਸ ਤਰੀਕੇ ਦਾ ਬਚਨ ਉਹਨਾਂ ਨੇ ਕੀਤਾ ਹੈ, ਜਿਹੜਾ ਅਸੀਂ ਮਾਹੌਲ ਵੇਖ ਕਰਕੇ ਆਏ ਹਾਂ, ਤੇ ਜੇ ਤੇਰੇ ਤੋਂ ਆਪਣੇ ਬਚਨ ਦਾ ਕੋਈ ਹੀਲਾ ਕੀਤਾ ਜਾ ਸਕਦਾ ਹੈ, ਭਲੀ ਇਹ ਤਉ ਜੇ ਬਚ ਜਾਵੇਂ। ਇਹੀ ਤੇਰੇ ਵਾਸਤੇ ਭਲਾ ਹੈ ਕਿ ਉਹਨਾਂ ਤੋਂ ਬਚ ਕੇ ਰਵੇਂ ਤੇ ਸ਼ਾਇਦ ਤੇਰੀ ਜਾਨ ਬਚ ਜਾਵੇ। ਸੋ ਉਰ ਕਰਤ ਅਦਕ ਉਤਸ਼ਾਹੂ। ਬਾਕੀ ਤੇਰੇ ਵੱਲੋਂ ਉਹਨਾਂ ਦੇ ਮਨ ਵਿੱਚ ਡਰ ਭੈ ਕੋਈ ਨਹੀਂ ਹੈ, ਉਹ ਤੇ ਬੜੇ ਉਤਸ਼ਾਹ ਦੇ ਵਿੱਚ ਹਨ। ਕੁਛ ਨੇ ਤਰਾਸ ਕਰਤ ਚਿਤ ਮਾਹੂ। ਤੇਰਾ ਨਾਂ ਸੁਣ ਕੇ ਵੀ ਉਹਨਾਂ ਮਨ ਵਿੱਚ ਕੋਈ ਡਰ ਨਹੀਂ, ਉਹ ਕਿਸੇ ਪ੍ਰਕਾਰ ਦਾ ਤੇਰੇ ਪ੍ਰਤੀ ਭੈ ਡਰ ਮਨ ਵਿੱਚ ਨਹੀਂ ਰੱਖਦੇ ਹਨ। ਦੋਹਰਾ ਸ੍ਰੀ ਹਰਿ ਗੋਬਿੰਦ ਚੰਦ ਕੋ ਬੋਲਣ ਅਰ ਵਿਵਹਾਰ। ਇਸ ਤਰ੍ਹਾਂ ਆਪਣੇ ਦੂਤਾਂ ਦੇ ਕੋਲੋਂ ਚੰਦੂ ਪਾਪੀ ਨੇ ਜਦੋਂ ਮੀਰੀ ਪੀਰੀ ਵਾਲੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸਾਰੀ ਸੰਗਤ ਕਹੀਏ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦੇ ਸਰੂਪ ਬਾਰੇ, ਉਹਨਾਂ ਦੇ ਆਲੇ ਦੁਆਲੇ ਦੇ ਮਾਹੌਲ ਬਾਰੇ, ਉਹਨਾਂ ਦੇ ਵਿਵਾਕ ਬੋਲੇ ਬਚਨਾਂ ਦੇ ਬਾਰੇ ਵਿੱਚ ਜਦੋਂ ਆਪਣੇ ਦੂਤਾਂ ਦੇ ਕੋਲੋਂ ਸੁਣਿਆ। ਸੁਣ ਚੰਦੂ ਚਿੰਤਾ ਅਦਕ ਅਨਕ ਉਪਾਵ ਵਿਚਾਰ। ਦੂਸਰੇ ਨੂੰ ਡਰਾਉਣ ਵਾਲਾ ਚੰਦੂ ਖੁਦ ਹੁਣ ਡਰਦਾ ਹੈ, ਮਨ ਵਿੱਚ ਚਿੰਤਾ ਪੈਦਾ ਹੋ ਜਾਂਦੀ ਹੈ। ਹੁਣ ਕਈ ਮਨ ਦੇ ਵਿੱਚ ਵਿਚਾਰ ਕਰਦਾ ਹੈ, ਕਈ ਹੀਲੇ ਵਸੀਲੇ ਵਰਤਦਾ ਹੈ। ਚੌਪਈ ਨ ਮਾਨੇ ਮਮ ਸੁਤਾ ਸਗਾਈ। ਤੇ ਕਹਿੰਦਾ ਹੈ ਮਨ ਵਿੱਚ ਵਿਚਾਰ ਕੇ ਕਿ ਇਹ ਮੇਰੀ ਧੀ ਦਾ ਰਿਸ਼ਤਾ ਲੈਣ ਵਾਸਤੇ ਨਹੀਂ ਮੰਨਦੇ ਹਨ। ਪਿਤਾ ਦਸ਼ਾ ਦਿਖ ਤਰਾਸ ਨ ਪਾਈ। ਇਹਨੇ ਭਿਆਨਕ ਕਸ਼ਟ ਦੇ ਕੇ ਇਹਨਾਂ ਦੇ ਪਿਤਾ ਨੂੰ ਮੈਂ ਸ਼ਹੀਦ ਕੀਤਾ ਹੈ,
ਪਰ ਉਹ ਰੂਪ ਵੇਖ ਕੇ ਵੀ ਅਜੇ ਇਹਨਾਂ ਦੇ ਮਨ ਵਿੱਚ ਕੋਈ ਡਰ ਨਹੀਂ ਪੈਦਾ ਹੋਇਆ। ਬਦਤ ਬਦਤ ਵੱਧ ਗਇਓ ਵਿਰੋਧਾ, ਅਜੇ ਵੀ ਇਹ ਵਿਰੋਧ ਵੱਧਦਾ ਤੇ ਹੋਰ ਵੱਧ ਗਿਆ ਹੈ। ਅਜੋ ਨਾ ਮੇਰੋ ਮਾਨਤ ਕ੍ਰੋਧਾ, ਅਜੇ ਵੀ ਇੰਨਾ ਕੁਝ ਹੋ ਗਿਆ ਪਰ ਮੇਰਾ ਡਰ ਨਹੀਂ ਉਹਨਾਂ ਦੇ ਮਨ ਵਿੱਚ ਕੋਈ ਆਇਆ ਕਿ ਮੇਰੇ ਕ੍ਰੋਧ ਦਾ ਕੋਈ ਅਸਰ ਨਹੀਂ, ਉਹ ਮੇਰੇ ਤੋਂ ਬਿਲਕੁਲ ਨਹੀਂ ਡਰਦੇ ਹਨ। ਕਹਿ ਮੇਰੋ ਅਬ ਹੋਏ ਬਿਨਾਸ਼ਾ, ਇਸ ਕਰਕੇ ਮਨ ਵਿੱਚ ਸੋਚਦਾ ਜੇ ਮੇਰਾ ਉਹਨਾਂ ਨੂੰ ਡਰ ਖੌਫ ਨਹੀਂ, ਜਾਂ ਤੇ ਹੁਣ ਮੇਰੀ ਮੌਤ ਹੋਏਗੀ, ਮੇਰਾ ਹੀ ਨਾਸ਼ ਹੋਵੇਗਾ ਉਹਨਾਂ ਹੱਥੋਂ। ਕਹਿ ਜੀਵਨ ਤੇ ਸੋ ਬਿਨ ਆਸਾ, ਤੇ ਜਾਂ ਫਿਰ ਮੈਂ ਬਾਦਸ਼ਾਹ ਨਾਲ ਮਿਲ ਕੇ ਕੋਈ ਹੀਲਾ ਵਸੀਲਾ ਕਰਾਂ ਤੇ ਮੈਂ ਉਹਨਾਂ ਦੇ ਜੀਵਨ ਦੀ ਆਸ ਖਤਮ ਕਰ ਦਵਾਂ। ਹਰ ਗੋਬਿੰਦ ਕੋ ਜਬ ਪਕਰਾਵੋ, ਤੇ ਜੇ ਮੈਂ ਪਿਤਾ ਨਾਲ ਜਿਸ ਤਰ੍ਹਾਂ ਕੀਤਾ ਹੈ, ਜੇ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਕਿਤੇ ਕੋਈ ਹੀਲਾ ਵਸੀਲਾ ਵਰਤ ਕੇ, ਕੋਈ ਸਾਮਦਾਮ ਦੰਡ ਭੇਦ ਵਰਤ ਕੇ ਜੇ ਮੈਂ ਉਹਨਾਂ ਨੂੰ ਕਿਤੇ ਗ੍ਰਿਫਤਾਰ ਕਰਾ ਦਵਾਂ, ਤਬੈ ਬੈਰ ਪੂਰਨ ਸਫਲਾਵੋ। ਅਸਲ ਵਿੱਚ ਕਹਿੰਦੇ ਤਾਂ ਹੀ ਮੇਰਾ ਵੈਰ ਪੂਰਾ ਹੋਏਗਾ ਤੇ ਮੇਰੇ ਮਨ ਨੂੰ ਤਾਂ ਸ਼ਾਂਤੀ ਆਏਗੀ। ਹੁਣ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਬਾਦਸ਼ਾਹ ਦੇ ਕੋਲ ਪਹੁੰਚਣ ਦੀਆਂ ਮਨ ਵਿੱਚ ਵਿਉਂਤਾਂ ਸੋਚਦਾ ਹੈ ਚੰਦੂ ਪਾਪੀ। ਪੁਨ ਧਨ ਖਰਚਾਉ ਅਦਕ ਸੋ ਐਸੇ, ਸੋਚਦਾ ਹੈ ਹੁਣ ਮੈਨੂੰ ਫੇਰ ਧਨ ਬਹੁਤਾ ਖਰਚਣਾ ਪਵੇਗਾ। ਪਕਰਿਓ ਮਰੇ ਨਾ ਨਿਕਸੈ ਜੈਸੇ, ਕਹਿੰਦੇ ਜਿਸ ਤਰੀਕੇ ਦੇ ਨਾਲ ਬਾਦਸ਼ਾਹ ਦੇ ਅਹਿਲਕਾਰ ਅਮੀਰ ਵਜ਼ੀਰ ਮੈਂ ਧਨ ਦੇ ਕੇ ਲਾਲਚ ਦੇ ਕੇ ਆਪਣੇ ਵੱਲ ਦੇ ਕਰਾਂ, ਜਿਸ ਤਰੀਕੇ ਦੇ ਨਾਲ ਕੋਈ ਹੀਲਾ ਵਸੀਲਾ ਵਰਤਿਆ ਜਾਏ ਤੇ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਦਸ਼ਾਹ ਦੇ ਰਾਹੀਂ ਪਕੜਾ ਲਵਾਂ, ਇਹੋ ਜੀ ਗ੍ਰਿਫਤਾਰ ਵਿੱਚ ਪਵਾਵਾਂ, ਇਹੋ ਜਿਹਾ ਗ੍ਰਿਫਤਾਰ ਕਰਾਵਾਂ ਕਿ ਉਹ ਬਾਦਸ਼ਾਹ ਦੀ ਪਕੜ ਵਿੱਚੋਂ ਆਜ਼ਾਦ ਨਾ ਹੋ ਸਕਣ। ਇਤ ਆਦਿਕ ਮਨ ਗਿਨੈ ਵਿਸਾਲਾ, ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕੈਦ ਕਰਾਉਣ ਦੀਆਂ ਮਨ ਵਿੱਚ ਕਈ ਪ੍ਰਕਾਰ ਦੀਆਂ ਵਿਚਾਰਾਂ ਇਹ ਚੰਦੂ ਪਾਪੀ ਸੋਚਦਾ ਹੈ। ਚਿੰਤਾ ਮਹਿ ਦਿਨ ਰੈਨ ਦੁਖਾਲਾ, ਪਰ ਅੰਦਰ ਦਾ ਪਾਪ ਇਹਨੂੰ ਟਿਕਣ ਨਹੀਂ ਦਿੰਦਾ। ਪਾਪ ਕਰਕੇ ਅੰਦਰ ਹੀ ਅੰਦਰ ਚਿੰਤਾ ਦੇ ਕਰਕੇ ਦਿਨ ਰਾਤ ਦੁਖੀ ਹੁੰਦਾ ਹੈ। ਸਉ ਸਮੀਪਨ ਰਿਸ਼ਵਤ ਦੇਤ, ਹੁਣ ਬਾਦਸ਼ਾਹ ਨੂੰ ਆਪਣੇ ਵੱਲ ਦਾ ਕਰਨ ਵਾਸਤੇ ਜਿਹੜੇ ਬਾਦਸ਼ਾਹ ਦੇ ਨੇੜੇ ਰਹਿਣ ਵਾਲੇ ਅਹਿਲਕਾਰ ਮੰਤਰੀ ਸੰਤਰੀ ਸਨ, ਉਹਨਾਂ ਨੂੰ ਰਿਸ਼ਵਤ ਦੇ ਕੇ ਆਪਣੇ ਵੱਲ ਦਾ ਕਰਦਾ ਹੈ। ਕਹਿਬੇ ਕੋ ਅਵਸਰ ਨਹਿ ਲੇਤ, ਭਾਵ ਕਿ ਬਾਦਸ਼ਾਹ ਦੇ ਕੋਲ ਕੋਈ ਗੁਰੂ ਘਰ ਦੀ ਸਿਫਤ ਪਹੁੰਚੇ, ਵਡਿਆਈ ਪਹੁੰਚੇ, ਇਹੋ ਜਿਹਾ ਮੌਕਾ ਨਹੀਂ ਦਿੰਦਾ। ਤੇ ਕਿਤੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੀ ਖਬਰ ਵੀ ਪਹੁੰਚ ਜਾਏ, ਇਹ ਵੀ ਗੱਲ ਲੁਕਾਉਣ ਦਾ ਯਤਨ ਕਰਦਾ ਹੈ। ਜਹਾਂਗੀਰ ਢਿਗ ਪਹੁੰਚੈ ਜਬੈ, ਕਿ ਜਿਸ ਤਰ੍ਹਾਂ ਕਿਸੇ ਤਰੀਕੇ ਨਾਲ ਬਾਦਸ਼ਾਹ ਦੇ ਨਾਲ ਮੇਰੀ ਕਿਤੇ ਮੇਲ ਜੋਲ ਗੱਲਬਾਤ ਬਣ ਜਾਵੇ। ਅਨਕ ਘਾਤ ਬਾਤਨ ਕਹਿ ਤਬੈ, ਤੇ ਉਸ ਵਕਤ ਬਾਦਸ਼ਾਹ ਦੇ ਕੋਲ ਜਦੋਂ ਵੀ ਇਹ ਜਾਂਦਾ ਹੈ ਤੇ ਜਾ ਕਰਕੇ ਕਈ ਪ੍ਰਕਾਰ ਦੇ ਦਾਉ ਪੇਚ ਵਰਤ ਕਰਕੇ ਕਈ ਵੱਲ ਛਲ ਫਰੇਬ ਦੀਆਂ ਗੱਲਾਂ ਬਾਦਸ਼ਾਹ ਦੇ ਕੋਲ ਕਰਦਾ ਸੀ। ਹਜਰਤ ਕੋ ਰੁਖ ਇੱਕ ਦਿਨ ਪਾਏ, ਇਸ ਤਰ੍ਹਾਂ ਵੱਲ ਛਲ ਹੇਰਾ ਫੇਰੇ ਦੀਆਂ ਗੱਲਾਂ ਕਰ ਕਰਕੇ ਬਾਦਸ਼ਾਹ ਤੇ ਆਪਣਾ ਪ੍ਰਭਾਵ ਪਾਉਂਦਾ ਹੈ। ਇੱਕ ਦਿਨ ਬਾਦਸ਼ਾਹ ਦਾ ਰੁਖ ਇਹਨੇ ਆਪਣੇ ਵੱਲ ਦਾ ਵੇਖ ਕਰਕੇ ਕਰ ਜੋਰਤ ਕਹਿ ਬਿਨੈ ਬਨਾਏ, ਹੱਥ ਜੋੜ ਕੇ ਬਾਦਸ਼ਾਹ ਜਹਾਂਗੀਰ ਨੂੰ ਚੰਦੂ ਪਾਪੀ ਬੇਨਤੀ ਦੇ ਰੂਪ ਵਿੱਚ ਇਹ ਬਚਨ ਆਖਦਾ ਹੈ। ਮਾਝੇ ਦੇਸ਼ ਹਕੀਕਤ ਸਾਰੀ, ਬੜੀ ਨਿਮਰਤਾ ਦੇ ਨਾਲ ਇਹ ਭੈੜੇ ਬੋਲ ਬੋਲਣ ਵਾਲਾ ਇਹ ਮਾੜਾ ਪਾਪੀ ਇਹ ਉਸ ਵਕਤ ਬਾਦਸ਼ਾਹ ਦੇ ਕੰਨ ਭਰਦਿਆਂ ਹੋਇਆਂ ਇਸ ਤਰੀਕੇ ਨਾਲ ਬੇਨਤੀਆਂ ਕਰਦਾ ਹੈ ਕਿ ਮਾਝੇ ਦਾ ਜਿਹੜਾ ਇਲਾਕਾ ਹੈ, ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਇਲਾਕਾ, ਇਹ ਗੁਰਦਾਸਪੁਰ ਦਾ ਇਲਾਕਾ, ਜਿਹੜਾ ਇਹ ਮਾਝਾ ਇਲਾਕਾ ਹੈ, ਉਸ ਇਲਾਕੇ ਦੀ ਸਾਰੀ ਹਕੀਕਤ ਸੁਣਨਾ ਕਰੋ। ਕਹਿਤ ਆਏ ਜੈਸੇ ਧਨ ਭਾਰੀ, ਕਿ ਬੜਾ ਵੱਡਾ ਧਨ, ਬਹੁਤ ਕੁਝ ਉੱਥੋਂ ਸਾਡੇ ਕੋਲ ਆਇਆ। ਪਹਿਲਾਂ ਇਹ ਕਹਿੰਦਾ ਸੀ ਕਿ ਗੁਰੂ ਅਰਜਨ ਸਾਹਿਬ ਉੱਥੇ ਨੇ, ਇਸ ਕਰਕੇ ਧਨ ਘਾਟਾ ਆ ਰਿਹਾ ਹੈ ਤੇ ਗੁਰੂ ਸਾਹਿਬ ਦੇ ਕਰਕੇ ਲੋਕ ਪੂਰਾ ਟੈਕਸ ਨਹੀਂ ਦਿੰਦੇ। ਹੁਣ ਆਪਣੇ ਵੱਲੋਂ ਗੱਲ ਬਣਾ ਕੇ ਕਹਿੰਦਾ ਜੀ ਵੇਖੋ ਹੁਣ ਤੇ ਬਹੁਤ ਸਾਰਾ ਧਨ ਉੱਥੋਂ ਆਉਣ ਲੱਗ ਪਿਆ। ਪਹਿਲਾਂ ਬਾਦਸ਼ਾਹ ਕਿਉਂਕਿ ਆਪਣੇ ਪ੍ਰਭਾਵ ਵਿੱਚ ਲੈਣਾ ਹੈ ਤੇ ਬਾਦਸ਼ਾਹ ਨੂੰ ਸਭ ਤੋਂ ਜ਼ਿਆਦਾ ਧਨ ਤੇ ਟੈਕਸ ਦੇ ਨਾਲ ਮਤਲਬ ਹੁੰਦਾ ਹੈ। ਇਹਨੇ ਆਪਣੇ ਵੱਲ ਦੀ ਗੱਲ ਕਰਨ ਤੋਂ ਪਹਿਲਾਂ ਇਹ ਗੱਲ ਇੱਥੋਂ ਆਰੰਭ ਕੀਤੀ ਕਿ ਮਾਝੇ ਦੇ ਇਲਾਕੇ ਵਿੱਚੋਂ ਬਹੁਤ ਸਾਰਾ ਹੁਣ ਟੈਕਸ ਧਨ ਜਿਹੜਾ ਹੈ
ਉਗਰਾ ਕੇ ਲਿਆਂਦਾ ਗਿਆ ਹੈ। ਸ੍ਰੀ ਅਰਜਨ ਜੋ ਤੁਮ ਬੁਲਵਾਏ, ਕਿ ਜਿਹੜੇ ਗੁਰੂ ਅਰਜਨ ਸਾਹਿਬ ਮਹਾਰਾਜ ਤੁਸੀਂ ਉਸ ਇਲਾਕੇ ਦੇ, ਤੁਸੀਂ ਮਾਝੇ ਦੀ ਧਰਤੀ ਤੋਂ ਜਿਹੜੇ ਆਏ ਸਨ ਤੁਹਾਡੇ ਕੋਲ, ਲਵਪੁਰ ਮਿਲੇ ਆਪ ਟਿਕ ਆਏ। ਇਹ ਬਾਦਸ਼ਾਹ ਜਦੋਂ ਲਾਹੌਰ ਦੀ ਧਰਤੀ 'ਚ ਤੁਹਾਡੇ ਕੋਲ ਆ ਕੇ ਮਿਲੇ ਸਨ, ਤਿਨ ਪਰਲੋਕ ਭਇਓ ਤੈ ਜਬ ਤੇ, ਕਿ ਜਦੋਂ ਦੇ ਉਹ ਪਰਲੋਕ ਸਿਧਾਰ ਗਏ ਹਨ, ਸੁਤ ਬੈਠਿਓ ਗਾਦੀ ਪਰ ਤਬ ਤੇ। ਉਹਨਾਂ ਦੇ ਪਰਲੋਕ ਜਾਣ ਤੋਂ ਬਾਅਦ ਵਿੱਚ ਗੁਰੂ ਅਰਜਨ ਸਾਹਿਬ ਦਾ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਇਆ ਹੈ। ਜਹਾਂਗੀਰ ਸੁਨ ਬੂਝਣ ਲਾਗੇ, ਇਹ ਸਾਰੀ ਗੱਲ ਸੁਣ ਕੇ ਬਾਦਸ਼ਾਹ ਜਹਾਂਗੀਰ ਮਹਾਕਵੀ ਜੀ ਲਿਖਦੇ ਨੇ ਪੁੱਛਣ ਲੱਗ ਪਿਆ ਹੈਰਾਨ ਹੋ ਕੇ, ਕਬ ਕੇ ਕਿਮ ਸ੍ਰੀ ਗੁਰ ਤਨ ਤਿਆਗੇ, ਕਿ ਕਦੋਂ ਤੋਂ ਕਿਸ ਰੂਪ ਵਿੱਚ ਗੁਰੂ ਅਰਜਨ ਸਾਹਿਬ ਨੇ ਤਨ ਤਿਆਗਿਆ ਹੈ। ਅਸਲ ਦੇ ਵਿੱਚ ਤੁਜਕੇ ਜਹਾਂਗੀਰੀ ਦੀ ਲਿਖਤ ਤੇ ਕਹਿੰਦੀ ਹੈ ਕਿ ਜਹਾਂਗੀਰ ਨੇ ਖੁਦ ਹੀ ਗੁਰੂ ਅਰਜਨ ਸਾਹਿਬ ਨੂੰ ਚੰਦੂ ਦੇ ਹਵਾਲੇ ਕਰਕੇ, ਭਾਵ ਇਹ ਯਾਸਾ ਕਾਨੂੰਨ ਦੇ ਅਧੀਨ ਸ਼ਹੀਦ ਕਰਨ ਦਾ ਜ਼ਿਕਰ ਕੀਤਾ ਸੀ। ਪਰ ਕਵੀ ਜੀ ਨੇ ਪੱਖ ਜਿਵੇਂ ਉਜਾਗਰ ਕੀਤੇ ਹੈ ਕਿ ਇੱਥੇ ਉਹਨੂੰ ਜਹਾਂਗੀਰ ਪਾਪੀ ਨੂੰ ਸਾਰੀ ਗੱਲ ਦਾ ਪਤਾ ਨਹੀਂ। ਵੈਸੇ ਵੀ ਜਿਹੜੇ ਬਾਦਸ਼ਾਹ ਆਮ ਤੌਰ ਤੇ ਬਹੁਤੇ ਦੁਨਿਆਵੀ ਤੌਰ ਤੇ ਉਹ ਇਹ ਜਹਾਂਗੀਰ ਦਾ ਜ਼ਿਕਰ ਅਸੀਂ ਪੜ੍ਹਦੇ ਹਾਂ ਕਿ ਇਹ ਸਲੀਮ ਦੇ ਰੂਪ ਦੇ ਵਿੱਚ ਜਿਹੜਾ ਸ਼ਰਾਬਾਂ ਕਬਾਬਾਂ ਵਿੱਚ ਮਸਤ ਰਹਿੰਦਾ ਸੀ, ਜੋ ਇਹਦੇ ਕੰਨਾਂ ਵਿੱਚ ਪਾ ਦਿੱਤਾ ਜਾਂਦਾ ਸੀ ਉਸੇ ਨੂੰ ਇਹ ਸੱਚ ਮੰਨ ਲੈਂਦਾ ਸੀਗਾ। ਇਸ ਕਰਕੇ ਗੁਰੂ ਅਰਜਨ ਸਾਹਿਬ ਦੇ ਖਿਲਾਫ ਵੀ ਜਦੋਂ ਇਹਦੇ ਕੰਨ ਭਰੇ ਗਏ ਸੀ ਤੇ ਇਹਨੇ ਉਸ ਵਕਤ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ। ਤੇ ਕਈ ਵਾਰ ਵੱਡੇ ਵੱਡੇ ਬਾਦਸ਼ਾਹ ਦੂਸਰਿਆਂ ਦੇ ਸਿਰ ਤੇ ਠੀਕਰਾ ਭਰ ਦਿੰਦੇ ਨੇ ਕਿ ਆਪ ਦੋਸ਼ ਤੋਂ ਮੁਕਤ ਹੋ ਜਾਣ। ਇਸ ਤਰ੍ਹਾਂ ਚੰਦੂ ਪਾਪੀ ਦੇ ਰਾਹੀਂ ਕਾਰਾ ਕਰਵਾਇਆ ਆਪਣੇ ਆਪ ਨੂੰ ਦੋਸ਼ ਮੁਕਤ ਰੱਖਣ ਵਾਸਤੇ। ਤੇ ਕਈ ਵਾਰ ਉਹ ਆਪਣੇ ਆਪ ਦੇ ਵਿੱਚ ਅਣਜਾਣ ਜਾਂ ਵੀ ਇਹੋ ਜਿਹੇ ਰਾਜਨੀਤਿਕ ਬੰਦੇ ਬਣਦੇ ਨੇ ਕਿ ਸਾਨੂੰ ਤੇ ਇਸ ਗੱਲ ਬਾਰੇ ਪਤਾ ਹੀ ਕੋਈ ਨਹੀਂ, ਇਹ ਕਿਵੇਂ ਹੋਈ ਹੈ, ਕਿਸ ਤਰੀਕੇ ਨਾਲ ਹੋਈ ਹੈ, ਸਭ ਕੁਝ ਜਾਣ ਕੇ ਵੀ ਕਈ ਵਾਰ ਰਾਜਨੀਤਿਕ ਬੰਦੇ ਆਪਣੇ ਆਪ ਨੂੰ ਪਾਪ ਮੁਕਤ ਰੱਖਣ ਵਾਸਤੇ ਆਪ ਕਈ ਵਾਰ ਅਣਜਾਣ ਬਣਨ ਦਾ ਦਿਖਾਵਾ ਵੀ ਕਰਦੇ। ਇਸ ਤਰ੍ਹਾਂ ਇਹ ਜਹਾਂਗੀਰ ਵੀ ਕਹਿੰਦਾ ਕਦੋਂ ਕਿਵੇਂ ਕਿਸ ਤਰੀਕੇ ਨਾਲ ਘਟਨਾ ਹੋਈ ਹੈ ਗੁਰੂ ਅਰਜਨ ਸਾਹਿਬ ਦੇ ਨਾਲ, ਕਦੋਂ ਉਹਨਾਂ ਸਰੀਰ ਤਿਆਗਿਆ ਹੈ। ਹਮ ਜਬ ਮਿਲੇ ਕਿਤਕ ਦਿਨ ਪਾਛੇ, ਕਿ ਜਦੋਂ ਸਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਮਿਲੇ ਸੀ ਉਹ ਤੋਂ ਕਿੰਨੇ ਕ ਦਿਨ ਪਿੱਛੋਂ ਉਹਨਾਂ ਸਰੀਰ ਤਿਆਗਿਆ ਸੀ। ਭਾ ਪਰਲੋਕ ਕੌਣ ਥਲ ਆਛੇ, ਉਹ ਕਿਹੜਾ ਕਾਰਨ ਬਣਿਆ, ਕਿਹੜੀ ਥਾਂ ਦੇ ਉੱਪਰ ਕਿਸ ਕਾਰਨ ਕਰਕੇ ਉਹਨਾਂ ਸਰੀਰ ਤਿਆਗਿਆ। ਸ਼ਾਂਤ ਰੂਪ ਸੋਭਤ ਜਿਨ ਸੂਰਤ, ਗੁਰੂ ਅਰਜਨ ਸਾਹਿਬ ਮਹਾਰਾਜ ਦਾ ਤੇ ਸਰੂਪ ਬੜਾ ਸ਼ਾਂਤ ਸੀ, ਬੜੇ ਸੁੰਦਰ ਸਰੂਪ ਦੇ ਉਹ ਧਾਰਨੀ ਸਨ। ਮਨੋ ਵਿਰਾਗ ਧਰੀ ਨਿਜ ਮੂਰਤ, ਐਦਾਂ ਲੱਗਦਾ ਸੀ ਮਾਨੋ ਵੈਰਾਗ ਨੇ ਹੀ ਸਰੂਪ ਧਾਰਿਆ ਹੋਵੇ ਗੁਰੂ ਅਰਜਨ ਸਾਹਿਬ ਦੇ ਰੂਪ ਵਿੱਚ। ਮਿਰਦਲ ਬਚਨ ਸੁਨ ਬੇਰੁਚ ਜਾਗੈ, ਉਹਨਾਂ ਦੇ ਤੇ ਬਚਨ ਹੀ ਬੜੇ ਮਿੱਠੇ ਸੀ ਜਿਨ੍ਹਾਂ ਨੂੰ ਪਿਆਰ ਨਾਲ ਕੋਈ ਸੁਣਦਾ ਸੀ ਤੇ ਮਨ ਵਿੱਚ ਬੜੀ ਰੁਚੀ, ਬੜੀ ਚਾਹ, ਬੜੀ ਭਾਵਨਾ ਪੈਦਾ ਹੁੰਦੀ ਸੀ। ਪ੍ਰਭ ਲਿਵ ਲਗੈ ਤੰਦ ਜਗ ਤਿਆਗੈ, ਇਹੋ ਜੀ ਭਾਵਨਾ ਪੈਦਾ ਹੁੰਦੀ ਸੀ ਕਿ ਬੰਦੇ ਦੀ ਸੁਰਤ ਰੱਬ ਵਾਲੇ ਪਾਸੇ ਜੁੜ ਜਾਂਦੀ ਸੀ, ਦੁਨਿਆਵੀ ਧੰਦਿਆਂ ਤੋਂ ਬੰਦਾ ਉਪਰਾਮ ਜਿਹਾ ਹੋ ਜਾਂਦਾ ਸੀ। ਉਹਨਾਂ ਦੇ ਬਚਨ ਤੇ ਏਦਾਂ ਮਨ ਵਿੱਚ ਰੱਬ ਦਾ ਪਿਆਰ, ਖੁਦਾ ਦਾ ਪਿਆਰ ਪੈਦਾ ਕਰਦੇ ਸਨ। ਸੁਨ ਜਸ ਚੰਦੂ ਜਰ ਭਰ ਗਇਓ, ਹੁਣ ਜਦੋਂ ਗੁਰੂ ਅਰਜਨ ਸਾਹਿਬ ਦੀ ਸਿਫਤ ਬਾਦਸ਼ਾਹ ਕਰਦਾ ਹੈ ਤੇ ਚੰਦੂ ਸੁਣ ਕੇ ਇੱਕੋ ਦਮ ਈਰਖਾ ਦੇ ਨਾਲ ਸੜ ਜਾਂਦਾ ਹੈ। ਬਾਤ ਫਰੇਬ ਬਨਾਵਤ ਭਇਓ, ਇਸ ਕਰਕੇ ਵੱਲ ਫਰੇਬ ਜੇ ਬਣਾ ਕਰਕੇ ਉਹ ਗੱਲ ਦੱਸਦਾ ਹੈ। ਸੁਨੋ ਸ਼ਾਹ ਜੀ ਲਵਪੁਰ ਮਾਹੀ, ਇਹ ਬਾਦਸ਼ਾਹ ਜੀ ਸਾਰੀ ਗੱਲ ਸੁਣੋ ਜਿਵੇਂ ਜਿਵੇਂ ਲਾਹੌਰ ਵਿੱਚ ਬੀਤੀ ਹੈ। ਮਿਲੇ ਗੁਰੂ ਜਬਰਾਵਰ ਪਾਹੀ, ਕਿ ਜਦੋਂ ਗੁਰੂ ਸਾਹਿਬ ਲਾਹੌਰ ਦੀ ਧਰਤੀ ਤੇ ਤੁਹਾਨੂੰ ਆ ਕਰਕੇ ਮਿਲੇ ਸਨ, ਇਸ ਪਾਛੇ ਕੇਤਕ ਦਿਨ ਰਹੇ, ਉਸ ਤੋਂ ਬਾਅਦ ਕੁਝ ਕੁ ਦਿਨ ਉਹ ਲਾਹੌਰ ਦੇ ਵਿੱਚ ਹੀ ਰਹੇ ਸਨ। ਹੈਜਾ ਹੋਏ ਮਹਾ ਦੁਖ ਲਹੇ, ਭਾਵੇਂ ਕਿ ਉਸ ਵਕਤ ਜਹਾਂਗੀਰ ਨੇ ਚੰਦੂ ਦੇ ਹਵਾਲੇ ਕੀਤਾ ਸੀ ਕਿ ਆਪਣੀ ਗੱਲ ਇਹਨਾਂ ਕੋ ਮਨਾ ਲਈ ਜਾਵੇ। ਚੰਦੂ ਨੇ ਮੰਗ ਕਰਕੇ ਗੁਰੂ ਅਰਜਨ ਸਾਹਿਬ ਨੂੰ ਆਪਣੇ ਨਾਲ ਲੈ ਕੇ ਜਾਣ ਵਾਸਤੇ ਬਾਦਸ਼ਾਹ ਦੇ ਕੋਲੋਂ ਸ਼ਰਤ ਮਨਵਾ ਲਈ ਹੋਈ ਸੀ। ਇਸ ਤੋਂ ਬਾਅਦ ਵਿੱਚ ਜਹਾਂਗੀਰ ਜਿਵੇਂ ਉਹਨੇ ਕਸ਼ਮੀਰ ਦੇ ਇਲਾਕੇ 'ਚ ਜਾਣਾ ਸੀ, ਉਹ ਲਾਹੌਰ ਤੋਂ ਪਿਆਨਾ ਕਰ ਗਿਆ। ਉਸੇ ਚੰਦੂ ਦੇ ਪਾਪੀ ਦੇ ਘਰ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦ ਹੋ ਗਏ ਸਨ। ਹੁਣ ਇਹ ਗੱਲ ਬਣਾ ਕਰਕੇ ਇਸ ਤਰੀਕੇ ਨਾਲ ਦੱਸ ਰਿਹਾ ਹੈ। ਰਾਵੀ ਤੀਰ ਜਾਏ ਤਿਨ ਤਿਆਗਾ, ਕਿ ਸਤਿਗੁਰ ਪਾਤਸ਼ਾਹ ਮਹਾਰਾਜ ਕਈ ਦਿਨ ਜਦੋਂ ਲਾਹੌਰ ਰਹੇ, ਹੈਜਾ ਹੋਏ ਮਹਾ ਦੁੱਖ ਲਹੇ, ਰਾਵੀ ਤੀਰ ਜਾਏ ਤਨ ਤਿਆਗਾ, ਕਿ ਉਹਨਾਂ ਦੇ ਸਰੀਰ 'ਚ ਹੈਜਾ ਹੋ ਗਿਆ ਸੀ, ਇਹ ਰੋਗ ਬਣ ਗਿਆ ਸੀ। ਭਾਵੇਂ ਇਹਨੇ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ, ਪਰ ਝੂਠ ਬੋਲ ਕੇ ਇਹ ਉਸ ਵਕਤ ਧਿਆਨ ਬਾਦਸ਼ਾਹ ਦਾ ਦੂਜੇ ਪਾਸੇ ਖੜਨਾ ਚਾਹੁੰਦਾ ਏ ਕਿ ਉਹਨਾਂ ਦੇ ਤਨ ਤੇ ਵਿੱਚ ਹੈਜੇ ਦਾ ਰੋਗ ਹੋ ਗਿਆ ਸੀ। ਬੜੇ ਉਹ ਪਰੇਸ਼ਾਨ ਹੋਏ ਸਨ
ਇਸ ਕਰਕੇ ਰਾਵੀ ਦੇ ਕਿਨਾਰੇ ਉਹਨਾਂ ਸਰੀਰ ਤਿਆਗ ਦਿੱਤਾ ਸੀ। ਸੰਗਤ ਮਿਲੀ ਦਿਓ ਤਹਿ ਦਾਗਾ। ਫਿਰ ਲਾਹੌਰ ਦੀਆਂ ਸੰਗਤਾਂ ਮਿਲੀਆਂ, ਉਹਨਾਂ ਨੇ ਉੱਥੇ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਸੀ। ਤਿਨ ਕੋ ਸੁਤ ਸ੍ਰੀ ਹਰਗੋਬਿੰਦ। ਇਸ ਕਰਕੇ ਉਹਨਾਂ ਦੇ ਸਰੀਰ ਤਿਆਗਣ ਤੋਂ ਬਾਅਦ ਵਿੱਚ ਹੁਣ ਉਹਨਾਂ ਦਾ ਪੁੱਤਰ, ਜਿਹਦਾ ਨਾਮ ਸਾਰੇ ਸ੍ਰੀ ਹਰਗੋਬਿੰਦ ਤੇ ਸਾਰਾ ਜਗਤ ਮੀਰੀ ਪੀਰੀ ਵਾਲੇ ਮਾਲਕ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ, ਬਹੁ ਪਰਉਪਕਾਰੀ, ਬੰਦੀ ਛੋੜ ਦਾਤੇ। ਅੱਜ ਕਈ ਨਾਮ ਨੇ ਸਤਿਗੁਰਾਂ ਦੇ, ਜਿਹੜਾ ਜਗਤ ਜਸ ਗਾਉਂਦਾ ਏ। ਬੰਦੀ ਛੋੜ ਦਾਤੇ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਉਹ ਮੀਰੀ ਪੀਰੀ ਵਾਲੇ ਮਾਲਕ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਉਹ ਕਹਿੰਦਾ ਸ੍ਰੀ ਹਰਗੋਬਿੰਦ ਕਰਕੇ ਉਹਨਾਂ ਨੂੰ ਸਾਰੇ ਜਾਣਦੇ ਹਨ। ਫਿਰ ਗਾਦੀ ਪਰ ਤਰਨ ਬਿਲੰਦ। ਕਹਿੰਦੇ ਉਮਰ ਅਜੇ ਉਹਨਾਂ ਦੀ ਜਵਾਨੀ ਹੈ, ਪਰ ਜਵਾਨੀ ਦੀ ਉਮਰ ਵਿੱਚ ਉਹ ਗੁਰੂ ਨਾਨਕ ਵਾਲੀ ਗੱਦੀ ਤੇ ਪਿਤਾ ਦੇ ਥਾਂ ਤੇ ਬਿਰਾਜਮਾਨ ਹੋਏ ਹਨ। ਤਿਨ ਕੋ ਬੋਲਣ ਅਰ ਵਿਵਹਾਰੂ। ਕਹਿੰਦੇ ਉਹਨਾਂ ਦਾ ਜਿਹੜਾ ਬੋਲ ਚਾਲ ਹੈ, ਜਿਹੜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਵਿਵਹਾਰ ਹੈ। ਲਵਪੁਰ ਤੇ ਆਈ ਅਖਬਾਰੂ। ਕਹਿੰਦੇ ਲਾਹੌਰ ਦੀ ਧਰਤੀ ਤੋਂ ਸਾਨੂੰ ਨਿਤ ਖਬਰਾਂ ਮਿਲਦੀਆਂ ਨੇ ਤੇ ਹੁਣ ਵੀ ਨਵੀਆਂ ਖਬਰਾਂ ਆਈਆਂ ਹਨ। ਸੋ ਖਤ ਪਠ ਕੇ ਮੈਂ ਬਿਸਮਾਇਓ। ਕਹਿੰਦੇ ਜਦੋਂ ਮੈਂ ਉਹ ਖਬਰਾਂ ਪੜ੍ਹੀਆਂ ਨੇ, ਜਿਹੜੀਆਂ ਚਿੱਠੀਆਂ ਸਨੇਹੇ ਸਾਡੇ ਕੋਲ ਉਸ ਥਾਂ ਬਾਰੇ ਆਏ ਨੇ, ਮੈਂ ਖਬਰਾਂ ਪੜ੍ਹ ਕੇ ਬਾਦਸ਼ਾਹ ਜੀ ਬੜਾ ਹੈਰਾਨ ਹੋਇਆ ਹਾਂ। ਸਕਲ ਅਪੂਰਸ ਬਿਉਂਤ ਬਣਾਇਓ। ਕਿ ਜਿਹੜਾ ਉਹਨਾਂ ਨੇ ਪਹਿਲੇ ਗੁਰੂ ਸਾਹਿਬਾਂ ਵਾਲੀ ਰੀਤ ਪਰੰਪਰਾ ਸੀ, ਉਹ ਛੱਡ ਕੇ ਨਵੀਂ ਰੀਤ ਉਹਨਾਂ ਨੇ ਧਾਰਨ ਕਰ ਲਈ ਹੈ। ਤਖਤ ਨਾਮ ਗਾਦੀ ਕੋ ਰਾਖਿਓ। ਪਹਿਲਾਂ ਜਿਹੜੇ ਗੁਰੂ ਸਾਹਿਬਾਨ ਫਕੀਰੀ ਰੂਪ ਵਿੱਚ ਗੱਦੀ ਤੇ ਬੈਠਦੇ ਸੀ, ਹੁਣ ਤੇ ਉਹ ਤਖਤ ਰੱਖ ਲਿਆ ਹੈ। ਨਾ ਉਹ ਗੱਦੀ ਦੀ ਥਾਂ ਤੇ ਤਖਤ ਸ਼ਬਦ ਵਰਤਦੇ ਨੇ। ਤਖਤ ਵੀ ਅਕਾਲ ਦਾ ਸਿਰ ਦੇ ਨਾਂ ਤੇ ਸਿਰਜਿਆ। ਕਹਿੰਦੇ ਉਹ ਤਖਤ ਦੇ ਉੱਪਰ ਬਿਰਾਜਮਾਨ ਹੁੰਦੇ ਹਨ। ਆਜੁਦ ਵਿਦਿਆ ਮੈਂ ਅਬਲਾਖਿਓ। ਪਹਿਲਾਂ ਜਿਹੜੇ ਗੁਰੂ ਸਾਹਿਬ ਸਨ, ਜਿੱਥੇ ਕੇਵਲ ਭਗਤੀ ਦੀਆਂ ਗੱਲਾਂ ਕਰਦੇ ਸੀ, ਇਹ ਸ਼ਸਤਰਾਂ ਦੀਆਂ ਗੱਲਾਂ ਕਰਦੇ ਨੇ। ਆਪਣੇ ਕੋਲ ਸ਼ਸਤਰ ਲੈ ਕੇ ਆਉਣ ਵਾਸਤੇ ਆਖਦੇ ਨੇ ਤੇ ਸ਼ਸਤਰਾਂ ਦਾ ਅਭਿਆਸ ਕਰਦੇ ਨੇ, ਸ਼ਸਤਰਾਂ ਦਾ ਅਭਿਆਸ ਕਰਵਾਉਂਦੇ ਹਨ। ਤਜੋ ਫਕੀਰੀ ਕੋ ਬਹੁ ਬੇਸ। ਇਹਨਾਂ ਨੇ ਫਕੀਰੀ ਵਾਲਾ ਰੂਪ ਰੰਗ ਸਭ ਛੱਡ ਦਿੱਤਾ ਹੈ। ਬਾਦਸ਼ਾਹ ਨੂੰ, ਇਹ ਜਹਾਂਗੀਰ ਨੂੰ ਚੰਦੂ ਪਾਪੀ ਦੱਸਦਾ ਹੈ। ਸਮਤਾ ਚਾਹਤ ਸ਼ਾਹੋ ਬਸ਼ੇਸ਼। ਐ ਬਾਦਸ਼ਾਹ ਜੀ, ਉਹ ਤੇ ਤੁਹਾਡੀ ਬਰਾਬਰੀ ਕਰਨਾ ਚਾਹੁੰਦੇ ਨੇ। ਤੁਹਾਡੇ ਵਾਂਗੂ ਹੀ ਤਖਤ ਬਣਾ ਲਿਆ ਹੈ, ਤੁਹਾਡੇ ਵਾਂਗੂ ਹੀ ਫੌਜਾਂ ਰੱਖ ਲਈਆਂ ਹਨ। ਸੰਗ ਚਮੂਹਿਤ ਜੰਗ ਕਰਨ ਕੇ। ਫਿਰ ਉਹਨਾਂ ਨੇ ਫੌਜ ਜਿਹੜੀ ਕੇਵਲ ਬਾਦਸ਼ਾਹ ਹੀ ਰੱਖ ਸਕਦਾ ਹੈ, ਇਦਾਂ ਦੀਆਂ ਫੌਜਾਂ ਕੋਲ ਰੱਖੀਆਂ ਨੇ ਜਿਹੜੀਆਂ ਜੰਗ ਕਰਨ ਲਈ ਤਿਆਰੀ ਕਰੀ ਬੈਠੇ ਹਨ। ਰਾਖਤ ਦਿਨ ਪ੍ਰਤ ਸੁਭਟ ਬਰਨ ਕੇ। ਵਨ ਸਵੰਨੀ ਫੌਜ, ਸੈਨਾ, ਬੜੇ ਬੜੇ ਬਹਾਦਰ ਸੂਰਮੇ ਨਿਤ ਉਹਨਾਂ ਦੇ ਕੋਲ ਇਕੱਠੇ ਹੋ ਰਹੇ ਹਨ। ਕਹਿ ਬਾਵਨ ਲਾਗਿਓ ਪਤਸ਼ਾਹੂ। ਇਸ ਤਰੀਕੇ ਦੇ ਨਾਲ ਬਾਦਸ਼ਾਹ ਨੂੰ ਇਹ ਕੰਨ ਭਰਦਿਆਂ ਨਾਲ ਆਖਦਾ ਹੈ ਚੰਦੂ ਪਾਪੀ। ਕਰੇ ਅਖੇਰ ਬ੍ਰਿਤ ਬਨ ਮਾਹੂ। ਕੀ ਹੈ ਬਾਦਸ਼ਾਹ, ਜਿਹੜਾ ਤੁਸੀਂ ਸ਼ਿਕਾਰ ਖੇਡਣ ਜਾਂਦੇ ਹੋ ਤੇ ਤੁਹਾਡੇ ਵਾਂਗੂ ਉਹ ਵੀ ਜੰਗਲਾਂ ਵਿੱਚ ਸ਼ਿਕਾਰ ਖੇਡਣ ਵਾਸਤੇ ਜਾਂਦੇ ਹਨ। ਸਾਕੇ ਬ੍ਰਿੰਦ ਪਵਾੜੇ ਪੂਰਬ। ਸਾਕੇ ਬ੍ਰਿੰਦ ਪਵਾੜੇ। ਕਹਿੰਦੇ ਜਿਸ ਤਰੀਕੇ ਨਾਲ ਪਹਿਲਾਂ ਪੂਰਬ ਦੇ ਵਿੱਚ ਪੂਰਬ ਸਾਕੇ ਬ੍ਰਿੰਦ ਪਵਾੜੇ, ਜਿਹੜੇ ਪਵਾੜੇ ਵੱਡੇ ਵੱਡੇ ਜੰਗ ਹੋਏ ਨਾ, ਬਹੁਤ ਸਾਰੇ ਘਮਾਸਾਨ ਹੋਏ ਨੇ, ਇਹੋ ਜਿਹੇ ਜਿਹੜੇ ਪਹਿਲਾਂ ਸਾਕੇ ਵਰਤੇ ਨੇ, ਜਿਹੜੀਆਂ ਲੜਾਈਆਂ ਜੰਗਾਂ ਹੋਈਆਂ ਨੇ ਪਹਿਲਾਂ। ਜਿਨੋਂ ਕੀਨ ਬੜ ਜੰਗ ਅਖਾੜੇ। ਜਿਹੜੇ ਰਾਜਿਆਂ ਨੇ, ਯੋਧਿਆਂ ਨੇ ਪਹਿਲਾਂ ਵੱਡੇ ਵੱਡੇ ਜੰਗ ਭੂਮੀ ਦੇ ਵਿੱਚ, ਰਣ ਭੂਮੀ 'ਚ ਵੱਡੇ ਵੱਡੇ ਜਿਹੜੇ ਜੰਗ ਕੀਤੇ ਸਨ। ਤਿਨ ਕੋ ਸੁਨੇ ਢਾਡੀਆਂ ਪਾਸ। ਉੱਥੇ ਉਹਨਾਂ ਨੇ ਢਾਡੀ ਰੱਖੇ ਹੋਏ ਨੇ ਆਪਣੇ ਦਰਬਾਰ ਦੇ ਵਿੱਚ। ਢਾਡੀਆਂ ਨੂੰ ਕਹਿ ਕੇ ਵੀਰ ਰਸ ਦੇ ਵਿੱਚ ਯੋਧਿਆਂ ਦਾ ਇਤਿਹਾਸ ਸੁਣਾਇਆ ਜਾਂਦਾ। ਅੱਜ ਵੀ ਢਾਡੀ ਕਲਾ ਦੇ ਰੂਪ ਵਿੱਚ ਦੀਵਾਨ ਸਜਦੇ ਨੇ ਸ੍ਰੀ ਅਕਾਲ ਤਖਤ ਸਾਹਿਬ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰਬਾਣੀ ਦਾ ਕੀਰਤਨ ਹੁੰਦਾ ਹੈ। ਉੱਥੇ ਗੁਰਬਾਣੀ ਨੂੰ ਕਮਾਉਣ ਵਾਲਿਆਂ ਦਾ ਇਤਿਹਾਸ ਢਾਡੀ ਵਾਰਾਂ ਦੇ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਤੇ ਸੰਗਤਾਂ ਢਾਡੀ ਸਿੰਘਾਂ ਪਾਸੋਂ ਪਿਆਰ ਨਾਲ ਹੁਣ ਸਰਵਣ ਕਰਿਆ ਕਰਦੀਆਂ। ਸਤਿਗੁਰੂ ਪਾਤਸ਼ਾਹ ਨੇ ਇਹ ਢਾਡੀ ਰੱਖੇ ਹੋਏ ਨੇ ਤੇ ਢਾਡੀ ਵੀਰ ਰਸ ਵਿੱਚ ਪਹਿਲਾਂ ਹੋਈਆਂ ਵੱਡੀਆਂ ਜੰਗਾਂ, ਉਹਨਾਂ ਜੰਗਾਂ ਦੇ ਪ੍ਰਸੰਗ, ਯੋਧਿਆਂ ਦੇ ਪ੍ਰਸੰਗ ਸੁਣਾਉਂਦੇ ਹਨ। ਹੁਣ ਆਪਣੋ ਬਲ ਕਹਿ ਪ੍ਰਕਾਸ਼। ਫਿਰ ਉੱਥੇ ਜੰਗ, ਜਿੱਥੇ ਜੰਗ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਉੱਥੇ ਸੰਗਤਾਂ ਦੇ ਵਿੱਚ ਵੱਡੇ ਅਭਿਆਸ ਕਰਦੇ ਨੇ ਸ਼ਸਤਰਾਂ ਦਾ। ਬਿਨਾ ਪਰਗਣੇ ਬਿਨ ਤੁਮ ਕਹੇ। ਕਹਿੰਦੇ ਇਸ ਤਰ੍ਹਾਂ ਉਹ ਤੁਹਾਡੇ ਤੋਂ ਬਿਲਕੁਲ ਨਹੀਂ ਡਰਦੇ ਹਨ। ਉਹਨਾਂ ਨੇ ਤੁਹਾਡਾ ਡਰ ਭਉ ਬਿਲਕੁਲ ਛੱਡ ਦਿੱਤਾ ਹੈ। ਸੈਨ ਸਕੇਲਤ ਗਨਨਿਤ ਅਹੇ। ਨਾ ਤੁਹਾਡੀ ਕੋਈ ਆਗਿਆ ਲਈ ਹੈ, ਨਾ ਕੋਈ ਉਹ ਰਾਜੇ
ਵੱਡੇ ਮਹਾਰਾਜੇ ਨੇ, ਫਿਰ ਵੀ ਐਡੀ ਵੱਡੀ ਫੌਜ ਉਹਨਾਂ ਨੇ ਇਕੱਠੀ ਕੀਤੀ ਹੋਈ ਹੈ। ਅਸਨੈ ਹੋਏ ਉਠਾਵੈ ਦੁੰਦ। ਇਸ ਤਰ੍ਹਾਂ ਚੰਦੂ ਪਾਪੀ ਕੰਨ ਭਰਦਾ ਹੈ ਬਾਦਸ਼ਾਹ ਜਹਾਂਗੀਰ ਦੇ, ਕਿਤੇ ਐਸਾ ਨਾ ਹੋਵੇ ਸ਼੍ਰੀ ਹਰਗੋਬਿੰਦ ਜੀ ਨੇ ਏਡੀਆਂ ਜਿਹੜੀਆਂ ਫੌਜਾਂ ਇਕੱਠੀਆਂ ਕੀਤੀਆਂ ਨੇ, ਤਖਤ ਸਿਰਜ ਲਿਆ ਹੈ, ਇੰਨੇ ਹਥਿਆਰ ਤੇ ਘੋੜੇ ਉਹਨਾਂ ਇਕੱਠੇ ਕਰ ਲਏ ਨੇ, ਕਿਤੇ ਇਹੋ ਜਿਹਾ ਨਾ ਹੋਵੇ ਤੁਹਾਡੇ ਨਾਲ ਹੀ ਝਗੜਾ ਜਾਂ ਜੰਗ ਮਚਾ ਕੇ ਇਧਰਲੇ ਪਾਸੇ ਨੂੰ ਕੋਈ ਇਹੋ ਜਿਹਾ ਕਮਸਾਨ ਮਚਾ ਦੇਣ ਕਿਮ ਟਿਕ ਰਹਿ ਸ਼ੁਭਟ ਮਿਲ ਬ੍ਰਿੰਦ। ਕਿ ਤੁਹਾਡੀ ਆਗਿਆ ਤੋਂ ਬਗੈਰ ਕਿਵੇਂ ਏਡੇ ਏਡੇ ਸੂਰਮੇ ਉਹਨਾਂ ਦੇ ਕੋਲ ਏਡੀ ਵੱਡੀ ਫੌਜ ਇਕੱਠੀ ਹੋ ਸਕਦੀ ਹੈ। ਕਹਿ ਨਿਜ ਚਮੂ ਚੜਾਵਨ ਕਰੀਐ। ਕਿਤੇ ਕੱਲ ਨੂੰ ਤੁਹਾਡੇ ਖਿਲਾਫ ਨਾ ਕੋਈ ਕਿਸੇ ਤਰੀਕੇ ਨਾਲ ਫੌਜ ਚੜ ਕੇ ਆ ਜੇ। ਇਸ ਕਰਕੇ ਬਾਦਸ਼ਾਹ ਜੀ ਇਹ ਸਾਨੂੰ ਚਾਹੀਦਾ ਹੈ ਕਿ ਸਾਨੂੰ ਆਪਣੀ ਫੌਜ ਉਹਨਾਂ ਦੇ ਉੱਪਰ ਚੜਾ ਕੇ ਹਮਲਾ ਕਰ ਦੇਣਾ ਚਾਹੀਦਾ ਹੈ। ਬਿਨਾ ਲਰੇ ਤੇ ਪ੍ਰਥਮ ਪਕਰੀਐ। ਉਹ ਸਾਡੇ ਤੇ ਹਮਲਾ ਕਰਨ, ਇਸ ਤੋਂ ਚੰਗਾ ਸਾਨੂੰ ਹੀ ਉਹਨਾਂ ਤੇ ਫੌਜ ਭੇਜ ਕੇ ਉਹਨਾਂ ਦੇ ਲੜਨ ਤੋਂ ਪਹਿਲਾਂ ਹੀ ਸਾਰਿਆਂ ਨੂੰ ਪਕੜ ਲੈਣਾ ਚਾਹੀਦਾ ਹੈ। ਕਹਿ ਭੇਜੋ ਨਰ ਆਛੋ ਕੋਏ। ਇਸ ਕਰਕੇ ਉਹਨਾਂ ਦੀਆਂ ਫੌਜੀ ਗਤੀਵਿਧੀਆਂ ਰੁਕ ਜਾਣ, ਤੁਸੀਂ ਕੋਈ ਚੰਗੇ ਜੇ ਬੰਦੇ ਜਿਹੜੇ ਨੇ ਤਿਆਰ ਕਰਕੇ ਉਹਨਾਂ ਕੋਲ ਭੇਜਣਾ ਕਰੋ। ਆਪਣੇ ਨਿਕਟ ਹਕਾਰੋ ਸੋਏ। ਜਾਂ ਤੇ ਫੌਜ ਭੇਜ ਕੇ ਉਹਨਾਂ ਨੂੰ ਪਕੜ ਲਵੋ, ਜਾਂ ਫਿਰ ਉਹਨਾਂ ਨੂੰ ਕਿਸੇ ਤਰ੍ਹਾਂ ਚੰਗੇ ਆਪਣੇ ਬੰਦੇ ਭੇਜ ਕੇ ਆਪਣੇ ਕੋਲ ਬੁਲਾ ਲਵੋ। ਦਬਿਓ ਰਹਿ ਨਾ ਧੁੰਦ ਉਠਾਵੇ। ਜਿਸ ਕਰਕੇ ਇਹ ਗੱਲ ਇੱਥੇ ਦੀ ਇੱਥੇ ਦੱਬ ਜਾਵੇ, ਉਹ ਹੋਰ ਫੌਜਾਂ ਨਾ ਇਕੱਠੀਆਂ ਕਰਨ ਸਕਣ ਤੇ ਕੱਲ ਨੂੰ ਕੋਈ ਝਗੜਾ ਕਿਤੇ ਸਾਡੇ ਨਾਲ ਵੱਧ ਨਾ ਜਾਵੇ। ਆਗੇ ਆਪ ਕਰੋ ਜਿਉ ਭਾਵੈ। ਬਾਕੀ ਜੀ ਮੈਂ ਤੇ ਤੁਹਾਡਾ ਸੇਵਕ ਹਾਂ, ਮੈਂ ਤੇ ਤੁਹਾਨੂੰ ਸਲਾਹ ਹੀ ਦੇ ਸਕਦਾ, ਮਰਜ਼ੀ ਤੇ ਤੁਹਾਡੀ ਹੋਈ ਚੱਲਣੀ ਹੈ। ਇਸ ਤਰ੍ਹਾਂ ਕਰਕੇ ਮਿੱਠਾ ਜਿਹਾ ਹੋ ਕੇ ਅੱਗੋਂ ਫੇਰ ਗੱਲ ਕਰਦਾ ਹੈ, ਪੂਰੇ ਕੰਨ ਭਰ ਕੇ, ਪੂਰਾ ਗੁਰੂ ਘਰ ਦੇ ਖਿਲਾਫ ਭੜਕਾ ਕੇ, ਆਪਣੀ ਮਨ ਆਈਆਂ ਮਨ ਦੀ ਈਰਖਾ ਭਰੀਆਂ ਗੱਲਾਂ ਉਜਾਗਰ ਕਰਕੇ ਹੌਲੀ ਜੇ ਕਹਿੰਦਾ, ਜਿਵੇਂ ਬਾਕੀ ਤੁਹਾਡੀ ਮਰਜ਼ੀ ਹੋਵੇ ਉਦਾਂ ਤੁਸੀਂ ਕਰ ਲੈਣਾ ਕਰੋ। ਸਾਉ ਸਮੀਪੀ ਜੇ ਉਮਰਾਊ। ਬਾਦਸ਼ਾਹ ਦੇ ਕੋਲ ਵੀ ਸੰਗਤ ਜੀ ਜਿਹੜੇ ਅਮੀਰ ਵਜ਼ੀਰ ਸਨ, ਜਿਹੜੇ ਇਹਨੇ ਪਹਿਲਾਂ ਹੀ ਧਨ ਦੇ ਕੇ ਖਰੀਦ ਕੇ ਕਈ ਆਪਣੇ ਵੱਲ ਕੀਤੇ ਹੋਏ ਸਨ, ਉਹਨਾਂ ਨੇ ਵੀ ਜਦੋਂ ਇਸ ਤਰੀਕੇ ਨਾਲ ਚੰਦੂ ਦੀ ਗੱਲ ਕਰਦਿਆਂ ਹੋਇਆਂ ਜਦੋਂ ਬਾਦਸ਼ਾਹ ਵਾਲਾ ਰੁੱਖ ਵੇਖਿਆ, ਚੰਦੂ ਬਾਤ ਕੋ ਕਰ ਪੁਸ਼ਟਾਊ। ਤੇ ਉਹਨਾਂ ਨੇ ਵੀ ਚੰਦੂ ਦੀ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਇਹ ਦੀਵਾਨ ਜੋ ਕਹਿੰਦਾ ਠੀਕ ਹੀ ਆਖਦਾ ਹੈ। ਰਿਸ਼ਵਤ ਲੈਨ ਹਾਰ ਜੇ ਨਰ ਹੈ। ਕਵੀ ਜੀ ਕਹਿੰਦੇ ਅਸਲ ਵਿੱਚ ਜਿਹੜੇ ਬੰਦੇ ਰਿਸ਼ਵਤ ਲੈਣ ਵਾਲੇ ਹੁੰਦੇ ਉਹਨਾਂ ਦਾ ਧਰਮ ਈਮਾਨ ਖਾਲੀ ਪੈਸਾ ਹੀ ਬਣ ਜਾਂਦਾ ਹੈ। ਬੁਰਾ ਭਲਾ ਨਾ ਵਿਚਾਰਤ ਉਰ ਹੈ। ਉਹ ਨਹੀਂ ਵਿਚਾਰਦੇ ਕਿ ਕਿਹੜਾ ਕੰਮ ਭਲਾ ਹੈ ਕਿਹੜਾ ਕੰਮ ਬੁਰਾ, ਉਹਨਾਂ ਨੂੰ ਪੈਸੇ ਨਾਲ ਮਤਲਬ ਹੈ। ਪੈਸਾ ਦੇ ਕੇ ਜੋ ਮਰਜ਼ੀ ਉਹਨਾਂ ਨੂੰ ਕਰਾ ਲਿਆ ਜਾਵੇ। ਤੇ ਇਹ ਜਿਹੜੇ ਅਮੀਰ ਵਜ਼ੀਰ ਬਾਦਸ਼ਾਹ ਦੇ ਅਹਿਲਕਾਰੇ, ਤੇ ਪੈਸਾ ਹੀ ਇਹਨਾਂ ਦਾ ਮਿੱਤੀ, ਪੈਸਾ ਹੀ ਮਾਂ ਪਿਓ, ਪੈਸਾ ਹੀ ਇਹਨਾਂ ਦਾ ਰੱਬ ਹੈ। ਤੇ ਚੰਦੂ ਵਰਗੇ ਪੈਸਾ ਦੇ ਕੇ, ਰਿਸ਼ਵਤ ਦੇ ਕੇ ਇਹਨਾਂ ਨੂੰ ਆਪਣੇ ਵੱਲ ਦੇ ਕਰ ਲੈਂਦੇ ਸਨ। ਇਹਨਾਂ ਨੇ ਨਹੀਂ ਕਦੀ ਵਿਚਾਰਿਆ ਬੁਰਾ ਕੀ ਹੈ ਭਲਾ ਕੀ ਹੈ, ਬਸ ਪੈਸੇ ਨਾਲ ਰਿਸ਼ਵਤ ਨਾਲ ਹੀ ਇਹਨਾਂ ਦੀ ਸਾਂਝ ਸੀ। ਜਿਸ ਤੇ ਲੈ ਤਿਸਕੇ ਰੁਖ ਕਰੈ। ਇਹਨਾਂ ਦਾ ਧਰਮ ਕੇਵਲ ਇੰਨਾ, ਜਿਹੜਾ ਪੈਸਾ ਦੇ ਦੇਵੇ, ਜਿੱਥੇ ਵੇਖੀ ਚੋਪੜੀ ਉਧਰ ਮਹਰੀ ਚੌਂਕੜੀ ਵਾਲੀ ਹਾਲਤ ਹੈ ਕਿ ਜਿੱਧਰੋਂ ਧਨ ਦੇਤਾ, ਪੈਸੇ ਦੇਤੇ ਕਿਸੇ ਨੇ, ਉਸੇ ਪਾਸੇ ਦਾ ਇਹ ਰੁੱਖ ਕਰ ਲੈਂਦੇ ਸਨ। ਸਾਧ ਕੇ ਝੂਠ ਵਿਚਾਰ ਨਾ ਧਰੈ। ਇਹ ਉਹ ਅਹਿਲਕਾਰ ਸੀ ਇੱਥੋਂ ਦੇ ਕਾਜੀ ਹੋਏ, ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ। ਐਵੇਂ ਨਹੀਂ ਗੁਰਬਾਣੀ 'ਚ ਜ਼ਿਕਰ ਕੀਤਾ ਕਿ ਜਿਨ੍ਹਾਂ ਦਾ ਕੰਮ ਇਨਸਾਫ ਕਰਨ ਵਾਲਾ ਉਹ ਵੀ ਰਿਸ਼ਵਤ ਕਰਕੇ ਵਿਕਣ ਵਾਲੇ ਸਨ। ਤੇ ਕਹਿੰਦੇ ਜਿਹੜਾ ਬੰਦਾ ਕੋਈ ਧਨ ਦੇ ਦੇਵੇ ਉਧਰਲੇ ਪਾਸੇ ਦਾ ਰੁੱਖ ਕਰ ਲੈਂਦੇ। ਸੱਚ ਕੀ ਹੈ ਝੂਠ ਕੀ ਹੈ, ਇਹ ਅਹਿਲਕਾਰ ਕੋਈ ਵਿਚਾਰ ਨਹੀਂ ਸੀ ਕਰਦੇ। ਜਹਾਂਗੀਰ ਉਰ ਤਥਾ ਪਛਾਨੀ। ਇਸ ਤਰ੍ਹਾਂ ਜਦੋਂ ਸਾਰਿਆਂ ਨੇ ਪੁਸ਼ਟ ਪਨਾਈ ਕੀਤੀ ਕਿ ਬਿਲਕੁਲ ਚੰਦੂ ਨੇ ਜਿਹੜੀ ਗੱਲ ਕਹੀ ਹੈ ਠੀਕ ਹੀ ਸੁਣੀ ਗਈ ਹੈ, ਤੇ ਬਾਦਸ਼ਾਹ ਨੇ ਵੀ ਇਹ ਜਦੋਂ ਸਾਰੀ ਗੱਲ ਚੰਗੀ ਤਰ੍ਹਾਂ ਸੁਣੀ ਹੈ, ਪਛਾਣੀ ਹੈ, ਤੇ ਉਹਨੇ ਮਨ ਵਿੱਚ ਵੀ ਯਕੀਨ ਜਿਹਾ ਹੋਣ ਲੱਗ ਪਿਆ। ਮਿਲ ਸਕਲਨ ਜਿਮ ਕੀਨ ਬਖਾਨੀ। ਜਿਵੇਂ ਸਾਰਿਆਂ ਨੇ ਗੱਲ ਕੀਤੀ, ਹੁਣ ਇੰਨੇ ਬੰਦੇ ਕਹਿੰਦੇ ਹੁਣ ਇੱਕ ਝੂਠ ਹੀ ਸਾਰੇ ਬੰਦੇ ਬੋਲੀ ਜਾਣ। ਜਿਵੇਂ ਬਹੁਤਾ ਮੀਡੀਆ ਵੀ ਕਈ ਵਾਰ ਤੁਸੀਂ ਟੀਵੀ ਤੇ ਵੇਖਦੇ ਹੋ, ਕਈ ਵਾਰ ਝੂਠ ਹੀ ਬੋਲੀ ਜਾਂਦਾ ਹੈ ਤੇ ਕਈ ਬੰਦੇ ਨਹੀਂ ਪੜਚੋਲ ਕਰਦੇ, ਉਹਨੂੰ ਸੱਚ ਮੰਨ ਲੈਂਦੇ। ਇਸੇ ਤਰੀਕੇ ਦੇ ਹਾਲਾਤ ਜਿਵੇਂ ਅੱਜ ਇੱਕੇ ਸਮੇਂ ਦੇ ਵਿੱਚ ਬਹੁਤੀਆਂ ਚੀਜ਼ਾਂ ਦੇ ਹੈ, ਉਸ ਸਮੇਂ ਦੇ ਮੰਤਰੀਆਂ ਦੇ ਹਾਲਾਤ ਬਣੇ ਸੀ, ਉਹ ਸਾਰੇ ਰਲ ਕੇ ਝੂਠ ਬੋਲਦੇ ਆ। ਤੇ ਹੁਣ ਜਦੋਂ ਬਹੁਤੇ ਜਾਣੇ ਝੂਠ ਬੋਲੀ ਜਾਣ, ਤੇ ਕਈ ਵਾਰ ਬੰਦਾ ਹੁਣ ਉਹੋ ਜੀ ਪ੍ਰੇਰਨਾ ਕਰਕੇ ਝੂਠ ਨੂੰ ਵੀ ਸੱਚ ਮੰਨਣ ਲੱਗ ਪੈਂਦਾ। ਹੁਣ ਇਦਾਂ ਜਿੱਦਾਂ ਕੰਨ ਭਰੇ ਨੇ ਸਾਰਿਆਂ ਨੇ ਮਿਲ ਕਰਕੇ
ਤੇ ਬਾਦਸ਼ਾਹ ਜਹਾਂਗੀਰ ਵੀ ਸੋਚਦਾ ਜਿਵੇਂ ਇਹਨਾਂ ਨੇ ਕਿਹਾ ਫਿਰ ਠੀਕ ਹੀ ਦੱਸਿਆ ਹੋਏਗਾ। ਸ੍ਰੀ ਗੁਰ ਗਾਦੀ ਕੇ ਗੁਣ ਭਾਰੇ। ਪਰ ਮਨ ਚ ਵਿਚਾਰ ਚੱਲਦੀ ਹੈ ਕਿ ਗੁਰੂ ਨਾਨਕ ਦੀ ਗੱਦੀ ਬੜੀ ਮਹਾਨ ਹੈ, ਬੜੇ ਵੱਡੇ ਗੁਣ ਨੇ, ਇਹ ਤੇ ਰੱਬ ਰੂਪ ਘਰ ਹੈ। ਆਪਨ ਬਟਨ ਪਰ ਲੱਖ ਉਪਕਾਰੇ। ਕਿ ਮੇਰੇ ਵੱਡਿਆਂ ਤੇ ਵੀ ਬੜੇ ਉਪਕਾਰ ਨੇ। ਬਾਬਰ ਵਰਗੇ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਖੜ ਗਏ ਸਨ। ਬਾਬਰ ਨੂੰ ਜਾਬਰ ਕਿਹਾ ਸੀ, ਬੇਬਾਕ ਹੋ ਕੇ ਬਚਨ ਕਹੇ ਸੀ, ਉਹ ਗੁਰੂ ਨਾਨਕ ਦੇ ਚਰਨਾਂ ਤੇ ਝੁਕ ਗਿਆ ਸੀ। ਤੇ ਸਤਿਗੁਰਾਂ ਨੇ ਕਿਹਾ ਸੀ ਧਰਮ ਦੇ ਰਾਹ ਤੇ ਤੁਰੇਗਾ ਰਾਜ ਮਿਲੇਗਾ, ਰੱਬ ਨੂੰ ਚੇਤੇ ਰੱਖੇਗਾ। ਪਰ ਜਦੋਂ ਰੱਬ ਨੂੰ ਭੁੱਲ ਕਰਕੇ ਕੁਕਰਮਾਂ ਦੇ ਰਾਹ ਤੇ ਤੁਰ ਪਏਗਾ ਤੇ ਤੇਰਾ ਰਾਜ ਭਾਗ ਵੀ ਖੁੱਸ ਜਾਏਗਾ। ਤਪ ਤੋਂ ਰਾਜ ਮਿਲਦਾ ਹੈ ਤੇ ਰਾਜ ਤੋਂ ਲੋਕ ਨਰਕਾਂ ਵਾਲੇ ਪਾਸੇ ਚਲੇ ਜਾਂਦੇ ਹਨ। ਤੇ ਕਹਿੰਦਾ ਮੇਰੇ ਵੱਡਿਆਂ ਤੇ ਵੀ ਇਹਨਾਂ ਦੇ ਬੜੇ ਉਪਕਾਰ ਹਨ। ਦੁਸ਼ਟਨ ਤੇ ਦੂਤੀ ਸੁਨਕਾਨ। ਵੇਖੋ ਹੁਮਾਯੂੰ ਵੀ ਗੁਰੂ ਸਾਹਿਬ ਦੇ ਕੋਲ ਆਇਆ, ਜਿਨ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਅੱਜ ਗੁਰਤਾ ਗੱਦੀ ਪੁਰਬ ਮਨਾ ਰਹੇ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਉਸ ਵਕਤ ਮੱਲ ਅਖਾੜੇ ਦੇ ਵਿੱਚ ਬੱਚਿਆਂ ਤੋਂ ਕਸਰਤਾਂ ਕਰਾ ਰਹੇ ਨੇ, ਬੱਚਿਆਂ ਨਾਲ ਗੱਲਾਂ ਬਾਤਾਂ ਕਰ ਰਹੇ ਨੇ ਬੜੇ ਪਿਆਰ ਨਾਲ, ਜਿਵੇਂ ਬੱਚੇ ਉਹਨਾਂ ਨਾਲ ਸਾਂਝ ਪਾ ਰਹੇ ਸੀ ਬੱਚਿਆਂ ਨੂੰ, ਕਿਉਂਕਿ ਆਉਣ ਵਾਲੇ ਸਮੇਂ 'ਚ ਕੌਮ ਦੀ ਸਿਰਜਣਾ ਕਰਨੀ ਹੁੰਦੀ ਹੈ। ਇਸ ਕਰਕੇ ਬੱਚਿਆਂ ਨਾਲ ਇੱਕਮਿਕ ਹੋਏ, ਧਿਆਨ ਬੱਚਿਆਂ ਵਾਲੇ ਪਾਸੇ। ਇਹ ਹੁਮਾਯੂੰ ਬਾਦਸ਼ਾਹ ਜਿਹੜਾ ਬਾਬਰ ਦਾ ਪੁੱਤ ਹੈ, ਇਹ ਕਨੌਜ ਦੇ ਲਾਗੇ ਜਿਹੜੀ ਸ਼ੇਰ ਸ਼ਾਹ ਸੂਰੀ ਨਾਲ ਜੰਗ ਹੋਈ ਸੀ 1540 ਦੇ ਕਰੀਬ, ਇਹ ਜੰਗ ਦੇ ਮੈਦਾਨ ਦੇ ਵਿੱਚ ਹਾਰ ਕੇ ਜਦੋਂ ਵਾਪਸ ਭੱਜ ਰਿਹਾ ਸੀ ਪੰਜਾਬ ਤੱਕ ਆ ਕਰਕੇ ਸ਼ੇਰ ਸ਼ਾਹ ਸੂਰੀ ਨੇ ਪਿੱਛਾ ਕੀਤਾ। ਤੇ ਜਦੋਂ ਇਹਨੂੰ ਪਤਾ ਲੱਗਾ ਗੁਰੂ ਨਾਨਕ ਦੀ ਗੱਦੀ ਤੇ ਉਸ ਗੱਦੀ ਦੇ ਮਾਲਕ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ ਹੈ, ਇਹ ਉਹ ਗੁਰੂ ਨਾਨਕ ਦੇ ਘਰ ਦਾ, ਇਹ ਇਤਿਹਾਸ ਤੋਂ ਪਤਾ ਲੱਗਦਾ ਕਿੱਡਾ ਵੱਡਾ ਉਸ ਵਕਤ ਮਾਣ ਹੋਏਗਾ ਕਿ ਉਹ ਸਮੇਂ ਦਾ ਬਾਦਸ਼ਾਹ ਵੀ ਇਸ ਥਾਂ ਤੋਂ ਗੁਰੂ ਨਾਨਕ ਦੇ ਘਰ ਦੀ ਹਾਜ਼ਰੀ ਲਵਾਉਣ ਤੋਂ ਬਗੈਰ ਅੱਗੇ ਨਹੀਂ ਸੀ ਵੱਧ ਪਾਇਆ। ਪਤਾ ਸੀ ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਇਹਨਾਂ ਨੂੰ ਮਿਲੀ ਹੋਈ ਹੈ। ਤੇ ਜਦੋਂ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਆਇਆ, ਸਤਿਗੁਰਾਂ ਇਹਦੇ ਵੱਲ ਧਿਆਨ ਨਾ ਦਿੱਤਾ, ਬੱਚਿਆਂ ਵੱਲ ਧਿਆਨ ਸੀ। ਇਹਦੇ ਮਨ ਦਾ ਹੰਕਾਰ, ਮੈਂ ਐਡਾ ਵੱਡਾ ਬਾਦਸ਼ਾਹ, ਇਹ ਮੇਰੇ ਵੱਲ ਕੋਈ ਧਿਆਨ ਹੀ ਨਾ ਦੇਣ। ਇਹਨੇ ਆਪਣੀ ਜਿਹੜੀ ਤਲਵਾਰ ਸੀ ਨਾ, ਉਹ ਮਿਆਨ ਤੋਂ ਖਿੱਚਣ ਲੱਗਾ ਬਾਹਰ। ਗੁਰੂ ਸਾਹਿਬ ਭਾਵੇਂ ਇਹਦੇ ਵੱਲ ਨਜ਼ਰਾਂ ਨਹੀਂ ਸੀ, ਬੱਚਿਆਂ ਵੱਲ ਧਿਆਨ ਸੀ, ਪਰ ਜਾਣੀ ਜਾਣ ਸਤਿਗੁਰੂ ਭਾਵੇਂ ਵੇਖਣ ਨਾ ਵੇਖਣ, ਉਹਨਾਂ ਤੋਂ ਕੁਝ ਗੱਲ ਲੁਕੀ ਤਾਂ ਹੈ ਨਹੀਂ। ਸੁਭਾਵਕ ਹੀ ਗੁਰੂ ਸਾਹਿਬ ਬੇਬਾਕ ਹੋ ਕੇ ਨਿਡਰ ਹੋ ਕੇ ਕਹਿਣ ਲੱਗੇ, ਹੁਮਾਯੂੰ ਜਿਹੜੀ ਤਲਵਾਰ ਫਕੀਰਾਂ ਤੇ ਸੂਤਣ ਲੱਗਾ ਏ, ਇਹ ਸ਼ੇਰ ਸ਼ਾਹ ਸੂਰੀ ਵੇਲੇ ਕਿਉਂ ਖੁੰਡੀ ਹੋ ਗਈ ਸੀ? ਉਹਦੇ ਤੋਂ ਤੁਹਾਰ ਖਾ ਕੇ ਆ ਰਹੇ ਆ। ਜਿੱਥੇ ਤਲਵਾਰ ਚਲਾਉਣੀ ਸੀ ਉੱਥੇ ਤੇਰੇ ਕੋ ਚੱਲੀ ਨਾ, ਤੇ ਜਿੱਥੇ ਫਕੀਰ ਨਿਹੱਥੇ ਬੈਠੇ ਨੇ ਉਹਨਾਂ ਤੇ ਆ ਕੇ ਆਪਣੀ ਤਲਵਾਰ ਦੀ ਤਾਕਤ ਵਿਖਾ ਰਹੇ ਆ। ਹੁਣ ਇਹ ਸੋਚ ਕੇ, ਕਿਉਂਕਿ ਮੀਡੀਆ ਤੇ ਹੈ ਨਹੀਂ ਸੀ, ਕਿ ਗੁਰੂ ਸਾਹਿਬ ਨੂੰ ਕਿਵੇਂ ਪਤਾ ਲੱਗ ਜਾਂਦਾ ਕਿ ਸ਼ੇਰ ਸ਼ਾਹ ਸੂਰੀ ਤੋਂ ਮੈਂ ਹਾਰ ਕੇ ਭੱਜ ਰਿਹਾ। ਗੁਰੂ ਸਾਹਿਬ ਦੇ ਚਰਨਾਂ ਤੇ ਝੁਕਿਆ, ਮਾਫੀ ਮੰਗੀ, ਤੇ ਸਤਿਗੁਰਾਂ ਨੇ ਕਿਹਾ ਜੇ ਨੇਕ ਨੀਅਤ ਰੱਖ ਕੇ ਚੱਲੇਗਾ ਤੇ ਰੱਬ ਦੇ ਘਰੋਂ ਸਭ ਕੁਝ ਪ੍ਰਾਪਤ ਹੁੰਦਾ ਹੈ। ਪਰ ਇਹ ਚੇਤੇ ਰੱਖੀ, ਉਸ ਰੱਬ ਦਾ ਵਿਸ਼ਵਾਸ ਤੇ ਭਰੋਸਾ ਕਦੀ ਮਨ ਚੋਂ ਹਟਾਵੀਂ ਨਾ। ਗੁਰੂ ਚਰਨਾਂ ਦੇ ਵਿੱਚ ਝੁਕ ਕੇ ਉਸ ਥਾਂ ਤੋਂ ਫੇਰ ਇਹ ਵਾਪਸ ਗਿਆ। ਹੁਣ ਇਹ ਜਹਾਂਗੀਰ ਕਹਿੰਦਾ ਮੇਰੇ ਵੱਡਿਆਂ ਤੇ ਵੀ ਬੜੇ ਉਪਕਾਰ ਹਨ ਜਿਨ੍ਹਾਂ ਦੇ। ਦੁਸ਼ਟਨ ਤੇ ਦੂਤੀ ਸੁਨਕਾਨ। ਪਰ ਦੂਤ ਜਿਹੜੇ ਇਹ ਦੁਸ਼ਟ ਪਾਪੀ ਨੇ ਤੇ ਚੁਗਲੀਆਂ ਕਰਦੇ ਨੇ, ਕਹਿੰਦਾ ਇਹ ਬੜਿਆਂ ਨੇ ਹੁਣ ਜਦੋਂ ਇਸ ਤਰ੍ਹਾਂ ਚੁਗਲੀਆਂ ਕੀਤੀਆਂ, ਇਹਦੇ ਕੰਨਾਂ ਦੇ ਵਿੱਚ ਜਿਵੇਂ ਖਬਰ ਪਹੁੰਚੀ ਹੈ ਜਹਾਂਗੀਰ ਦੇ, ਸੰਸੈ ਹੋਤ ਸ਼ਾਹੋ ਕੇ ਆਨ। ਤੇ ਆਖਰਕਾਰ ਨਿੱਤ ਦੀ ਚੁਗਲੀ, ਨਿੱਤ ਦੀ ਚੁੱਕਣਾ ਕਹਿੰਦੇ ਪੱਥਰ ਪਾੜ ਦਿੰਦੀ ਹੈ। ਆਖਰਕਾਰ ਇਹ ਚੁੱਕਣਾ ਚੁੱਕਦਿਆਂ ਕੰਨ ਭਰਦਿਆਂ ਬਾਦਸ਼ਾਹ ਦੇ ਮਨ 'ਚ ਇਹਨਾਂ ਨੇ ਵੱਡਾ ਸ਼ੰਕਾ ਜਿਹੜਾ ਸੀ ਗੁਰੂ ਘਰ ਦੇ ਪ੍ਰਤੀ ਪੈਦਾ ਕਰ ਦਿੱਤਾ। ਪ੍ਰਥਮ ਵਾਰਤਾ ਤਸਕਰ ਕੇਰੀ। ਕਿ ਜਿਵੇਂ ਪਹਿਲਾਂ ਇੱਕ ਚੋਰਾਂ ਦੀ ਝੂਠੀ ਕਹਾਣੀ ਸੁਣਾਈ ਸੀ ਚੰਦੂ ਪਾਪੀ ਨੇ, ਕਹਿਤ ਰਹੇ ਨਹਿ ਨਿਰਨੈ ਹੇਰੀ। ਮਨ 'ਚ ਵਿਚਾਰਦਾ ਕਿ ਉਹਦਾ ਵੀ ਚੋਰਾਂ ਬਾਰੇ ਕੋਈ ਨਿਰਣਾ ਜਿਹਾ ਨਹੀਂ ਸੀ ਹੋ ਸਕਿਆ। ਤਿਨ ਕੋ ਤਨ ਬਿਨਸਿਓ ਸੁਤ ਗ੍ਰਹਿਓ। ਹੁਣ ਉਹਨਾਂ ਦਾ ਗੁਰੂ ਅਰਜਨ ਸਾਹਿਬ ਤੇ ਸ਼ਹੀਦ ਹੋ ਗਏ ਹਨ। ਬੈਠਿਓ ਗੁਰਤਾ ਪਦ ਕੋ ਲਹਿਓ। ਹੁਣ ਉਹਨਾਂ ਦਾ ਪੁੱਤਰ ਗੁਰਗੱਦੀ ਤੇ ਬਿਰਾਜਮਾਨ ਹੋਇਆ ਹੈ। ਹੁਣ ਮਨ 'ਚ ਵਿਚਾਰਦਾ ਕਿ ਆਖਰਕਾਰ ਇਹ ਘਟਨਾ ਕੀ ਹੈ, ਕਿ ਪਹਿਲਾਂ ਚੋਰਾਂ ਬਾਰੇ ਕਿ ਗੁਰੂ ਨਾਨਕ ਦੇ ਘਰ ਚੋਰ ਰੱਖੇ ਨੇ, ਇਹ ਵੀ ਚੰਦੂ ਨੇ ਝੂਠਾ ਦੋਸ਼ ਲਾਇਆ ਸੀ। ਹੁਣ ਉਹ ਇਸ ਤਰੀਕੇ ਦੀਆਂ ਗੱਲਾਂ ਦੱਸ ਰਿਹਾ। ਇਹ ਨਿਰਣਾ ਕਰਨ ਵਾਸਤੇ ਫਿਰ ਆਪਣੇ ਕੋਲ ਵਜ਼ੀਰ ਖਾਨ ਨੂੰ ਬੁਲਾਉਂਦਾ ਹੈ। ਉਹ ਵਜ਼ੀਰ ਖਾਨ ਜਿਹੜਾ ਗੁਰੂ ਘਰ ਦੇ ਵਿੱਚ ਆ ਕੇ ਜਿਹੜਾ ਜਲੋਧਰ ਦਾ ਰੋਗ ਸਤਿਗੁਰਾਂ ਨੇ ਦੂਰ ਕੀਤਾ ਸੀਗਾ, ਜਿਹੜਾ ਸੁਖਮਨੀ ਬਾਣੀ ਪੜ੍ਹਦਾ ਸੀ ਨੇਮ ਦੇ ਨਾਲ, ਸਤਿਗੁਰਾਂ ਦੇ ਬਾਣੀ ਨਾਲ ਜੁੜਿਆ ਸੀ, ਇਹਨੂੰ ਬੁਲਾਇਆ ਜਾਂਦਾ। ਕਿਵੇਂ ਫਿਰ ਇਹਨਾਂ ਨਾਲ ਸਲਾਹ ਮਸ਼ਵਰਾ ਹੁੰਦਾ ਹੈ ਤੇ ਸਤਿਗੁਰਾਂ ਨੂੰ ਬੁਲਾਉਣ ਵਾਸਤੇ ਸ੍ਰੀ ਅੰਮ੍ਰਿਤਸਰ ਦੀ ਧਰਤੀ ਵਾਲੇ ਪਾਸੇ ਨੂੰ ਰਵਾਨਾ ਹੁੰਦੇ ਆ। ਇਹ ਸਾਰੇ ਪ੍ਰਸੰਗ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਤਿਗੁਰੂ ਸਭ ਦੀ ਹਾਜ਼ਰੀ ਸੇਵਾਦਾਰ ਤੇ ਪ੍ਰਵਾਨ ਕਰਨ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਪੁਰਬ ਦੀ ਆਪ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਤੋਂ ਲੱਖ ਲੱਖ ਵਧਾਈ।
ਆਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਤਿਨ ਕੋ ਤਨ ਬਿਨਸਿਓ ਸੁਤ ਰਹਿਓ, ਬੈਠਿਓ ਗੁਰਤਾ ਪਦ ਕੋ ਲਹਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।